ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਪ੍ਰਸੰਗ ਚੱਲ ਰਿਹਾ ਸੀ ਰਾਜੇ ਜਨਮੇਜੇ ਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਸਨ ਸਾਖੀ ਰਾਜੇ ਜਨਮੇਜੇ ਦੀ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਵੇਦ ਵਿਆਸ ਜੀ ਨੇ ਮਨਾ ਕੀਤਾ ਕਿ ਘੋੜੀ ਨਾ ਖਰੀਦੀ। ਘੋੜਿਆਂ ਦੀ ਕਮੀ ਹੋਈ, ਮੰਤਰੀਆਂ ਨੇ ਆਖਿਆ ਜੀ ਘੋੜੇ ਖਰੀਦੋ, ਘੋੜੀ ਨਾ ਖਰੀਦੋ। ਜਨਮੇਜੇ ਨੇ ਵੀ ਵਿਚਾਰ ਕੀਤਾ ਕਿ ਵਿਆਸ ਮੁਨੀ ਨੇ ਤੇ ਘੋੜੀ ਨਾ ਲੈਣ ਦੀ ਗੱਲ ਕੀਤੀ ਸੀ, ਔਰ ਇਹ ਵੀ ਆਖਿਆ ਸੀ ਘੋੜੀ ਦੀ ਸਵਾਰੀ ਨਾ ਕਰੀ। ਚਲੋ ਜੇ ਘੋੜੀ ਨਹੀਂ ਖਰੀਦਣੀ, ਘੋੜੀ ਦੀ ਸਵਾਰੀ ਨਹੀਂ ਕਰਨੀ, ਤੇ ਕਮ ਸੇ ਕਮ ਘੋੜੇ ਲੈਣ ਦੇ ਵਿੱਚ ਤੇ ਕੋਈ ਮਾੜੀ ਗੱਲ ਨਹੀਂ ਹੈ। ਇਸ ਕਰਕੇ ਰਾਜੇ ਜਨਮੇਜੇ ਨੇ ਆਪਣੇ ਮਨ ਦੇ ਨਾਲ ਇਹ ਵਿਚਾਰ ਕੀਤਾ ਹੈ, ਔਰ ਉਹਨਾਂ ਮੰਤਰੀਆਂ ਦੀ ਗੱਲ ਨੂੰ ਮੰਨਿਆ ਕਿ ਠੀਕ ਹੈ, ਘੋੜੇ ਖਰੀਦਣੇ ਸ਼ੁਰੂ ਕਰ ਦਿੰਦੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਬਹੁਰੋ ਲੇਵਣ ਲੱਗਿਓ ਤੁਰੰਗਾ, ਤਨ ਦੇ ਵੈਲੇ ਸਰਸ ਕੁਰੰਗਾ। ਇਸ ਤੋਂ ਬਾਅਦ ਰਾਜੇ ਨੇ ਘੋੜਿਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਬਹੁਤਾ ਸਾਰਾ ਧਨ ਲਾ ਕੇ, ਬੜਾ ਖਰਚ ਲਾ ਕੇ ਘੋੜੇ ਖਰੀਦਦਾ ਹੈ, ਜਿਹੜੇ ਘੋੜੇ ਹੁੰਦੇ ਨੇ ਸਰਸ ਕੁਰੰਗਾ। ਕਹਿਣ ਤੋਂ ਭਾਵ ਹੈ ਕਿ ਜਿਹੜੇ ਘੋੜੇ ਹਰਨਾਂ ਵਰਗੇ ਤੇਜ਼ ਦੌੜਦੇ ਨੇ, ਉਹ ਖਰੀਦਦਾ। ਏਕ ਸਮੈ ਇਕ ਆਏ ਸੁਦਾਗਰ, ਸੰਗ ਤੁਰੰਗਣ ਚਪਲ ਉਜਾਗਰ। ਇੱਕ ਦਿਨ ਘੋੜਿਆਂ ਦਾ ਕੋਈ ਸੁਦਾਗਰ ਦੂਰ ਤੋਂ ਆਇਆ। ਉਸ ਦੇ ਨਾਲ ਵੇਚਣ ਵਾਸਤੇ ਇੱਕ ਘੋੜੀ ਸੀ। ਉਹ ਘੋੜੀ ਨੂੰ ਵੇਚਣ ਦੇ ਵਾਸਤੇ ਲਿਆਇਆ, ਜਿਹੜੀ ਘੋੜੀ ਬਹੁਤ ਹੀ ਜ਼ਿਆਦਾ ਚੰਚਲ ਹੈ ਔਰ ਗੁਣਾਂ ਦੇ ਵਿੱਚ ਭਰਪੂਰ ਹੈ। ਜਬ ਭੂਪਤ ਕੋ ਆਣ ਦਿਖਾਰੀ, ਰਹੇ ਰੀਜ ਨਰ ਲਖ ਗੁਣ ਵਾਰੀ। ਜਦੋਂ ਉਸ ਸੌਦਾਗਰ ਨੇ ਘੋੜੀ ਲਿਆ ਕੇ ਰਾਜੇ ਨੂੰ ਦਿਖਾਈ, ਉਸ ਵੇਲੇ ਰਾਜੇ ਨੇ ਵੀ ਬਹੁਤ ਘੋੜੀ ਦੀ ਤਾਰੀਫ ਕੀਤੀ। ਇਸ ਤੋਂ ਇਲਾਵਾ ਰਾਜ ਦੇ ਜਿੰਨੇ ਵੀ ਦਰਬਾਰੀ ਸੀ, ਉਹਨਾਂ ਨੇ ਵੀ ਉਸ ਘੋੜੀ ਦੇ ਗੁਣਾਂ ਦੀ ਪ੍ਰਸ਼ੰਸਾ ਕੀਤੀ ਕਿ ਵਾਕਿਆ ਹੀ ਬਹੁਤ ਖੂਬਸੂਰਤ ਤੇ ਗੁਣਾਂ ਦੀ ਮਾਲਕ ਇਹ ਘੋੜੀ। ਨਿਪਤ ਸਮੀਪ ਕਹਿਤ ਅਸ ਬੈਨਾ, ਬਾਜਨ ਇਹ ਉਚਤ ਤੁਮ ਐਨਾ। ਸੌਦਾਗਰ ਨੇ ਰਾਜੇ ਨੂੰ ਆਖਿਆ ਕਿ ਇਹ ਜਿਹੜੀ ਘੋੜੀ ਹੈ ਨਾ, ਇਹ ਤੁਹਾਡੇ ਘਰ ਰਹਿਣ ਦੇ ਵਾਸਤੇ ਹੈ, ਤੁਹਾਡੇ ਘਰ ਦੇ ਲਾਇਕ ਹੈ, ਇਸ ਨੂੰ ਤੁਸੀਂ ਖਰੀਦ ਲਓ। ਪਰ ਉਸ ਵੇਲੇ ਰਾਜੇ ਜਨਮੇਜੇ ਨੇ ਆਖਿਆ ਕਿ ਨਹੀਂ, ਮੈਂ ਘੋੜਾ ਖਰੀਦ ਸਕਦਾ ਹਾਂ, ਪਰ ਮੈਂ ਘੋੜੀ ਨਹੀਂ ਖਰੀਦ ਸਕਦਾ। ਕਹਿਣ ਲੱਗਾ, ਮੈਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਜੇ ਮੈਂ ਘੋੜੀ ਖਰੀਦੀ ਤੇ ਇਸ ਤੋਂ ਬਾਅਦ ਐਸੀਆਂ ਅਯੋਗ ਗੱਲਾਂ ਹੋਣਗੀਆਂ ਜਿਹਦੇ ਨਾਲ ਮੇਰੀ ਮੌਤ ਹੋ ਜਾਏਗੀ। ਇਸ ਕਰਕੇ ਸੌਦਾਗਰ ਨੂੰ ਕਹਿਣ ਲੱਗਾ ਰਾਜਾ ਕਿ ਘੋੜੇ ਜਿੰਨੇ ਮਰਜ਼ੀ ਵੇਚ ਦੇ, ਮੈਂ ਘੋੜੇ ਲੈ ਲਵਾਂਗਾ, ਪਰ ਘੋੜੀ ਇੱਕ ਵੀ ਨਹੀਂ ਲੈਣੀ, ਮੈਂ ਘੋੜੀ ਨਹੀਂ ਲੈ ਸਕਦਾ। ਲੇਟ ਗਰਾਖੋ ਜਨੈ ਬਛੇਰੇ,
अत सुंदर गुण जास कनेरे। ਜਦੋਂ ਸੁਦਾਗਰ ਨੂੰ ਇਸ ਵਿਥਿਆ ਦਾ ਪਤਾ ਲੱਗਾ ਕਿ ਇਸ ਤਰੀਕੇ ਦੇ ਨਾਲ ਵੇਦ ਵਿਆਸ ਮੁਨੀ ਜੀ ਨੇ ਇਸ ਨੂੰ ਆਖਿਆ ਹੋਇਆ, ਉਸ ਵੇਲੇ ਫਿਰ ਸੁਦਾਗਰ ਕਹਿਣ ਲੱਗਾ, ਚਲੋ ਠੀਕ ਹੈ ਰਾਜਾ ਸਾਹਿਬ, ਤੁਸੀਂ ਘੋੜੀ ਦੀ ਸਵਾਰੀ ਨਹੀਂ ਕਰਨੀ, ਤੁਹਾਨੂੰ ਘੋੜੀ ਦੀ ਸਵਾਰੀ ਤੋਂ ਵਰਜਿਆ ਗਿਆ, ਪਰ ਕਹਿੰਦਾ ਤੁਸੀਂ ਘੋੜੀ ਨੂੰ ਖਰੀਦ ਕੇ ਆਪਣੇ ਘਰ ਰੱਖੋ, ਇਹਦੇ ਉੱਤੇ ਸਵਾਰੀ ਬੇਸ਼ੱਕ ਨਾ ਕਰੋ। ਜਦੋਂ ਇਸ ਦੇ ਅੱਗੋਂ ਵਿਸ਼ੇਰੇ ਹੋਣਗੇ, ਉਹ ਘੋੜੇ ਬਣਨਗੇ, ਫਿਰ ਤੁਸੀਂ ਉਹਨਾਂ ਦੇ ਉੱਤੇ ਸਵਾਰੀ ਕਰਿਓ, ਕਿਉਂਕਿ ਜਿਹੜੀ ਘੋੜੀ ਇੰਨੀ ਸੁੰਦਰ ਹੈ, ਉਸ ਦੇ ਜਿਹੜੇ ਬੱਚੇ ਨੇ ਵਿਸ਼ੇਰੇ ਨੇ ਉਹ ਵੀ ਸੁੰਦਰ ਹੋਣਗੇ, ਉਹ ਵੀ ਇਹਦੇ ਵਰਗੇ ਗੁਣਾਂ ਦੇ ਭਰਪੂਰ ਹੋਣਗੇ। ਇਸ ਕਰਕੇ ਘੋੜੀ ਖਰੀਦ ਲਓ, ਸਵਾਰੀ ਭਾਵੇਂ ਨਾ ਕਰਿਓ, ਉਹਦੇ ਵਿਸ਼ੇਰਿਆਂ ਤੇ ਸਵਾਰੀ ਕਰਿਓ। ਸੁਦਾਗਰ ਨੇ ਆਖਿਆ, ਚੜਨ ਉਚਿਤ ਸੋਹੇ ਤੁਮਾਰੇ, ਬੜਵਾ ਪੈ ਨਾ ਚੜੋ ਮਨ ਤਾਰੇ। ਸੁਦਾਗਰ ਕਹਿੰਦਾ ਹੈ ਕਿ ਉਹ ਜਿਹੜੇ ਵਿਸ਼ੇਰੇ ਹੋਣਗੇ, ਜਦੋਂ ਘੋੜੇ ਬਣਨਗੇ, ਉਹ ਤੁਹਾਡੀ ਸਵਾਰੀ ਦੇ ਵਾਸਤੇ ਉਚਿਤ ਹੋਣਗੇ, ਸੋਹਣੇ ਹੋਣਗੇ। ਇਸ ਕਰਕੇ ਜਿਹੜੀ ਤੁਸੀਂ ਇਹ ਗੱਲ ਧਾਰਨ ਕੀਤੀ ਹੋਈ ਹੈ ਕਿ ਬੜਵਾ ਦੇ ਉੱਤੇ, ਘੋੜੀ ਦੇ ਉੱਤੇ ਨਹੀਂ ਚੜਨਾ, ਉਹ ਤੁਸੀਂ ਭਾਵੇਂ ਆਪਣੀ ਗੱਲ ਨੂੰ ਬਰਕਰਾਰ ਰੱਖੋ। ਇਸ ਪ੍ਰਕਾਰ ਸੁਣ ਤਿਸ ਕੀ ਬਾਣੀ, ਲੈ ਤੁਰੰਗਣ ਮਨ ਠਹਿਰਾਨੀ। ਜਦੋਂ ਸੁਦਾਗਰ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ, ਉਸ ਵੇਲੇ ਰਾਜੇ ਜਨਮੇਜੇ ਨੇ ਉਹਦੀ ਗੱਲ ਨੂੰ ਮੰਨਿਆ ਤੇ ਮਨ ਦੇ ਨਾਲ ਇਹ ਵਿਚਾਰ ਬਣਾ ਲਿਆ ਕਿ ਇਸ ਘੋੜੀ ਨੂੰ ਮੈਂ ਖਰੀਦ ਲਵਾਂ। ਸੁੰਦਰ ਦੇਖ ਹਿਰਦਾ ਲੋਭਾਇਆ, ਦਰਬ ਸੁਦਾਗਰ ਕੋ ਦਿਵਾਇਆ। ਸੁੰਦਰ ਘੋੜੀ ਨੂੰ ਦੇਖ ਕੇ ਹਿਰਦਾ ਲੋਭਾਇਮਾਨ ਹੋ ਗਿਆ, ਲੋਭ ਦੇ ਵਿੱਚ ਆ ਗਿਆ। ਉਸੇ ਵੇਲੇ ਘੋੜੀ ਨੂੰ ਸੁਦਾਗਰ ਤੋਂ ਖਰੀਦ ਲਿਆ ਤੇ ਆਪਣੇ ਸੇਵਕਾਂ ਨੂੰ ਕਹਿ ਕੇ ਜਿੰਨੇ ਉਸਨੇ ਪੈਸੇ ਮੰਗੇ ਉਹਨੂੰ ਦੇ ਦਿੱਤੇ। ਲੈ ਘਰ ਰਾਖੀ ਹੇਤ ਬਦਾਵਨ, ਗੁਣ ਮੰਦਰ ਸੌ ਦਰਜ ਸੁਹਾਵਣ। ਘਰ ਖਰੀਦ ਕੇ ਘੋੜੀ ਨੂੰ ਰੱਖ ਲਿਆ, ਪਰ ਸਵਾਰੀ ਦੇ ਵਾਸਤੇ ਨਹੀਂ ਰੱਖਿਆ। ਕਵੀ ਜੀ ਕਹਿੰਦੇ ਨੇ ਹੇਤ ਵਧਾਵਣ, ਕਹਿਣ ਤੋਂ ਭਾਵ ਹੈ ਕਿ ਵੰਸ਼ ਵਧਾਉਣ ਦੇ ਵਾਸਤੇ, ਉਹਦੇ ਅੱਗੋਂ ਘੋੜੇ ਪੈਦਾ ਕਰਨ ਦੇ ਵਾਸਤੇ, ਉਹਨਾਂ ਦੀ ਸਵਾਰੀ ਦੇ ਵਾਸਤੇ ਉਸ ਨੂੰ ਰੱਖ ਲਿਆ। ਜਿਹੜੀ ਘੋੜੀ ਗੁਣਾਂ ਦਾ ਮੰਦਰ ਹੈ ਔਰ ਬਹੁਤ ਜ਼ਿਆਦਾ ਖੂਬਸੂਰਤ ਹੈ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਭ ਤੋਂ ਪਹਿਲੀ ਉਸਨੇ ਗਲਤੀ ਕਰ ਲਈ ਹੈ, ਜਿਹਦੇ ਤੋਂ ਵਰਜਿਆ ਸੀ ਵੇਦ ਵਿਆਸ ਜੀ ਨੇ ਕਿ ਰਾਜਾ ਕਦੇ ਘੋੜੀ ਨਾ ਖਰੀਦੀ, ਉਸਨੇ ਘੋੜੀ ਖਰੀਦ ਲਈ। ਅਸਵ ਪਾਲ ਜੋ ਸੇਵਕ ਆਹੀ, ਚੜ ਕਰ ਫੇਰੈ ਅਤ ਜਵ ਜਾਹੀ। ਹੁਣ ਰਾਜਾ ਆਪ ਤੇ ਉਸ ਘੋੜੀ ਦੀ ਸਵਾਰੀ ਨਹੀਂ ਕਰਦਾ, ਪਰ ਜਿਹੜਾ ਘੋੜਿਆਂ ਦਾ ਪਾਲਕ ਸੇਵਕ ਹੈ, ਉਹ ਰੋਜ਼ ਹੀ ਉਸ ਨੂੰ ਇੱਧਰ ਉੱਧਰ ਫੇਰਦਾ ਤੋਰਦਾ ਹੈ, ਜਿਹੜੀ ਬਹੁਤ ਸੁੰਦਰ ਚਾਲ ਵਾਲੀ। ਕਹਿ ਆਣ ਸੋ ਭੂਪਤ ਪਾਸੂ, ਪੂਰਾ ਨ ਪਿਖਿਓ ਬੇਗ ਅਸ ਜਾਸੂ। ਹੁਣ ਰੋਜ਼ ਉਸ ਘੋੜੀ ਦੀ ਸਾਂਭ ਸੰਭਾਲ ਕਰਦਾ ਹੈ, ਘੋੜਿਆਂ ਦਾ ਪਾਲਣ ਵਾਲਾ ਰਾਜਾ ਰੋਜ਼ ਹੀ ਉਸ ਨੂੰ ਆਪਣੇ ਕੋਲ ਬੁਲਾਉਂਦਾ ਹੈ ਔਰ ਉਸ ਘੋੜੀ ਦੇ ਗੁਣਾਂ ਦੇ ਬਾਰੇ ਪੁੱਛਦਾ ਹੈ। ਉਹ ਸੇਵਕ ਰੋਜ਼ ਹੀ ਆਣ ਕੇ ਗੁਣਾਂ ਦਾ ਗਾਣ ਕਰਦਾ ਹੈ ਕਿ ਘੋੜੀ ਬਹੁਤ ਖੂਬਸੂਰਤ ਹੈ, ਅੱਜ ਤੱਕ ਇਸ ਵਰਗੀ ਘੋੜੀ ਮੈਂ ਪਹਿਲਾਂ ਕਦੇ ਨਹੀਂ ਦੇਖੀ, ਜਿਹੜੀ ਕਿ ਬਹੁਤ ਹੀ ਤੇਜ਼ ਦੌੜਦੀ ਹੈ ਔਰ ਬੜੀ ਚੰਚਲ ਹੈ। ਚੜਨ ਉਚਿਤ ਸੋ ਰਾਵਰ ਕੇਰੀ, ਚੰਚਲਤਾ ਜਿਸ ਬੀਚ ਬਡੇਰੀ। ਸਮਾਂ ਲੰਘਦਾ ਗਿਆ, ਆਖਰਕਾਰ ਇੱਕ ਦਿਨ ਘੋੜਿਆਂ ਦਾ ਪਾਲਣ ਵਾਲਾ ਰਾਜੇ ਦੇ ਕੋਲ ਪਹੁੰਚਿਆ ਔਰ ਉਸਨੇ ਆਖਿਆ, ਹੇ ਰਾਜਾ, ਇਹ ਜਿਹੜੀ ਘੋੜੀ ਹੈ ਨਾ, ਇਹ ਸੇਵਕਾਂ ਦੀ ਸਵਾਰੀ ਦੇ ਲਾਇਕ ਨਹੀਂ ਹੈ, ਇਹ ਤੇ ਤੁਹਾਡੇ ਚੜਨ ਦੇ ਲਾਇਕ ਹੈ। ਇਹ ਘੋੜੀ ਬਹੁਤ ਚੰਚਲ ਹੈ, ਬਹੁਤ ਵੱਡੇ ਗੁਣਾਂ ਦੀ ਮਾਲਕ ਹੈ। ਸੁਣ ਗੁਣ ਭੂਪ ਚੜਿਓ ਇੱਕ ਬੇਰਾ, ਦੱਖਣ ਦਿਸ਼ਾ ਗਇਓ ਆਖੇਰਾ। ਸੁਣ ਕੇ ਗੁਣਾਂ ਨੂੰ ਉਸ ਵੇਲੇ ਫਿਰ ਰਾਜੇ ਨੇ ਉਸ ਘੋੜੀ ਦੀ ਸਵਾਰੀ ਕਰ ਲਈ, ਦੂਸਰੀ ਗਲਤੀ ਕੀਤੀ ਔਰ ਫਿਰ ਕਹਿੰਦੇ ਨੇ ਦੱਖਣ ਦਿਸ਼ਾ ਗਇਓ ਆਖੇਰਾ। ਫਿਰ ਤੀਸਰੀ ਗਲਤੀ ਵੀ ਕਰ ਲਈ। ਮਨਾ ਕੀਤਾ ਸੀ ਕਿ ਰਾਜਾ, ਜੇ ਘੋੜੀ ਖਰੀਦ ਵੀ ਲਈ, ਘੋੜੀ ਦੀ ਸਵਾਰੀ ਵੀ ਤੂੰ ਕਰ ਲਈ, ਤੇ ਦੱਖਣ ਦੀ ਦਿਸ਼ਾ ਦੇ ਵੱਲ ਸ਼ਿਕਾਰ ਖੇਡਣ ਦੇ ਵਾਸਤੇ ਨਾ ਜਾਵੇਂ। ਪਰ ਉਹ ਦੱਖਣ ਦੀ ਦਿਸ਼ਾ ਦੇ ਵੱਲ ਸ਼ਿਕਾਰ ਖੇਡਣ ਦੇ ਵਾਸਤੇ ਚਲਾ ਗਿਆ।
निकस चलियो एक मिर्ग अगारी, देख तुरंगन पीछे डारी। घोड़े दे अगों निकलिया है एक तेजी दे नाल हिरन, उस दे पिछे घोड़ी नूं दौड़ाया है राजे। पाटेक संग पहुंचियो नाही, गमनियो विपन गहन के माही। ਜਿਹੜੇ ਭੱਟ ਸਨ, ਜਿਹੜੇ ਸਿਪਾਹ ਸਲਾਰ ਸੈਨਿਕ ਨਾਲ ਗਏ ਸਨ शिकार खेडण दे वास्ते, ਉਹ ਸਾਰੇ ਦੇ ਸਾਰੇ ਪਿੱਛੇ ਰਹਿ ਗਏ। ਰਾਜਾ ਬਹੁਤ ਅੱਗੇ ਚਲਾ ਗਿਆ, ਅੱਗੇ ਇੱਕ ਬਹੁਤ ਹੀ ਗਾੜੇ ਸੰਘਣੇ ਜੰਗਲ ਦੇ ਵਿੱਚ ਜਾ ਵੜਿਆ। ਮਾਰ ਮਿਰਗ ਕਰੋ ਸ਼ਰਮ ਪਾਪਾਰੀ, ਬਿਆਸ ਬਖਾਨੀ ਦੀਨ ਬੇਸਾਰੀ। ਹੁਣ ਕਹਿੰਦੇ ਨੇ ਜਾ ਕੇ ਹਿਰਨੀ ਦੇ ਨਾਲ ਘੋੜੀ ਨੂੰ ਮਿਲਾਇਆ ਹੈ, ਉਸ ਹਿਰਨੀ ਨੂੰ ਮਾਰ ਦਿੱਤਾ ਹੈ। ਅੱਗੇ ਕਵੀ ਜੀ ਕਹਿੰਦੇ ਨੇ ਕਿ ਬਿਆਸ ਬਖਾਨੀ ਦੀਨ ਬਸਾਰੀ, ਜਿਹੜੀ ਵੇਦ ਵਿਆਸ ਜੀ ਨੇ ਉਸ ਨੂੰ ਗੱਲ ਆਖੀ ਸੀ, ਉਹਨੂੰ ਸਾਰੀ ਨੂੰ ਉਸਨੇ ਵਿਸਾਰ ਦਿੱਤਾ, ਭੁਲਾ ਦਿੱਤਾ। ਮਨਾ ਕੀਤਾ ਸੀ ਘੋੜੀ ਨਾ ਖਰੀਦੀ, ਘੋੜੀ ਵੀ ਖਰੀਦ ਲਈ। ਮਨਾ ਕੀਤਾ ਸੀ ਅਸਵਾਰੀ ਨਾ ਕਰੀ, ਅਸਵਾਰੀ ਵੀ ਕਰ ਲਈ। ਇਹ ਮਨਾ ਕੀਤਾ ਸੀ ਦੱਖਣ ਦਿਸ਼ਾ ਦੇ ਵੱਲ ਸ਼ਿਕਾਰ ਖੇਡਣ ਦੇ ਵਾਸਤੇ ਨਾ ਜਾਵੀਂ, ਉਹ ਵੀ ਗੱਲ ਉਸਨੇ ਪੂਰੀ ਕਰ ਲਈ, ਦੱਖਣ ਦੇ ਵੱਲ ਚਲਾ ਗਿਆ। ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਸਾਰੀਆਂ ਵੇਦ ਵਿਆਸ ਜੀ ਦੀਆਂ ਤਾਕੀਦਾਂ ਨੂੰ, ਹਦਾਇਤਾਂ ਨੂੰ ਭੁੱਲ ਗਏ। ਸਰ ਤਟ ਸੋਇਓ ਪੀ ਕਰ ਪਾਣੀ, ਨਿਕਟ ਤੁਰੰਗਣ ਬਿਰਖ ਬੰਧਾਨੀ। ਉਸੇ ਤਰੀਕੇ ਦੇ ਨਾਲ ਸਾਰਾ ਕੁਝ ਵਾਪਰਿਆ। ਜਿੱਥੇ ਜਾ ਕੇ ਰਾਜਾ ਉਤਰਿਆ ਹੈ ਉੱਥੇ ਬੜੀ ਰੁੱਖਾਂ ਦੀ ਸੰਘਣੀ ਛਾਂ ਹੈ, ਲਾਗੇ ਹੀ ਇੱਕ ਤਲਾਬ ਪਾਣੀ ਦਾ ਭਰਿਆ ਹੋਇਆ। ਉਸੇ ਤਲਾਬ ਤੋਂ ਪਾਣੀ ਪੀ ਕੇ ਰੁੱਖ ਦੀ ਛਾਵੇਂ ਰਾਜਾ ਲੰਮਾ ਪੈ ਗਿਆ, ਸੌਂ ਗਿਆ, ਤੇ ਦੂਸਰੇ ਪਾਸੇ ਇੱਕ ਰੁੱਖ ਦੇ ਨਾਲ ਉਸਨੇ ਘੋੜੀ ਨੂੰ ਬੰਨ੍ਹ ਦਿੱਤਾ। ਸਰਵਰ ਤੇ ਤਬ ਨਿਕਸ ਤੁਰੰਗਾ, ਮੈਥਣ ਕੀਨ ਬਾਜਨੀ ਸੰਗਾ। ਜਦੋਂ ਰਾਜਾ ਸੌਂ ਗਿਆ ਉਸ ਵੇਲੇ ਉਸੇ ਤਲਾਬ ਦੇ ਵਿੱਚੋਂ ਇੱਕ ਘੋੜਾ ਨਿਕਲਿਆ ਹੈ, ਉਸਨੇ ਇਸ ਦੀ ਘੋੜੀ ਦੇ ਨਾਲ ਸੰਗ ਕੀਤਾ। ਬੌਰ ਪ੍ਰਵੇਸ਼ਿਓ ਜਲ ਕੇ ਮਾਹੀ, ਭੂਪਤ ਸੁਧ ਪਾਈ ਕੋ ਨਾਹੀ। ਘੋੜਾ ਉਸੇ ਤਰੀਕੇ ਦੇ ਨਾਲ ਫੇਰ ਉਸ ਤਲਾਬ ਦੇ ਪਾਣੀ ਦੇ ਵਿੱਚ ਅਲੋਪ ਹੋ ਗਿਆ। ਭੂਪਤ ਸੁਧ ਪਾਈ ਕੋ ਨਾਹੀ, ਪਰ ਰਾਜੇ ਜਨਮੇਜੇ ਨੂੰ ਇਸ ਗੱਲ ਦੀ ਕੋਈ ਖਬਰ ਪਤਾ ਨਾ ਲੱਗਾ। ਛੁੱਟੀ ਨੀਂਦ ਹਵੈ ਕਰ ਸਵਾਰਾ, ਆਣ ਪਹੁੰਚਿਓ ਆਪਨ ਅਗਾਰਾ। ਜਦੋਂ ਨੀਂਦ ਖੁੱਲੀ, ਘੋੜੀ ਦੀ ਸਵਾਰੀ ਕੀਤੀ ਤੇ ਆਪਣੇ ਮਹਿਲਾਂ ਦੇ ਵਿੱਚ ਰਾਜਾ ਜਨਮੇਜਾ ਵਾਪਸ ਪਹੁੰਚ ਗਿਆ। ਤਾਰ ਗਰਭ ਤਿਨ ਦੀਨ ਬਛੇਰਾ, ਸ਼ਾਮ ਕਰਨ ਤਨ ਰੁਚਰ ਕਨੇਰਾ। ਘੋੜੀ ਨੇ ਗਰਭ ਨੂੰ ਧਾਰਨ ਕੀਤਾ, ਸਮਾਂ ਪਾ ਕੇ ਉਸਨੇ ਇੱਕ ਵਛੇਰੇ ਨੂੰ ਜਣਿਆ। ਜਿਸ ਤਰ੍ਹਾਂ ਵੇਦ ਵਿਆਸ ਜੀ ਨੇ ਆਖਿਆ ਸੀ ਉਸੇ ਤਰ੍ਹਾਂ ਦਾ ਵਛੇਰਾ ਪੈਦਾ ਹੋਇਆ, ਜਿਹਦਾ ਸਰੀਰ ਬੜਾ ਸੁੰਦਰ ਹੈ ਔਰ ਉਸ ਦੇ ਕੰਨ ਕਾਲੇ। ਜਾਗ ਉਚਿਤ ਅਸ ਮੂਰਤ ਕੀਨੀ, ਸਭ ਮਿਲ ਨਿਪਕੋ ਮਸਲਤ ਦੀਨੀ। ਸਾਰਿਆਂ ਮੰਤਰੀਆਂ ਨੇ, ਵਜ਼ੀਰਾਂ ਨੇ ਰਾਜੇ ਨੂੰ ਸਲਾਹ ਦਿੱਤੀ ਹੈ ਕਿ ਯੱਗ ਕਰਨਾ ਚਾਹੀਦਾ ਹੈ, ਇਸ ਘੋੜੇ ਨੂੰ ਯੱਗ ਦੇ ਵਾਸਤੇ ਛੱਡਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਭਗਵਾਨ ਰਾਮਚੰਦਰ ਜੀ ਰਾਵਣ ਨੂੰ ਮਾਰਨ ਤੋਂ ਬਾਅਦ ਅਯੁੱਧਿਆ ਦੇ ਵਿੱਚ ਵਾਪਸ ਪਹੁੰਚੇ ਸਨ ਔਰ ਉਹਨਾਂ ਨੇ ਇੱਕ ਘੋੜੇ ਨੂੰ ਛੱਡਿਆ ਸੀ ਦਿਗਵਿਜੈ ਕਰਨ ਦੇ ਵਾਸਤੇ, ਜਿਹਦੇ ਮੱਥੇ ਦੇ ਉੱਤੇ ਜਾਂ ਗਲ ਦੇ ਵਿੱਚ ਕਿਸੇ ਚੀਜ਼ ਤੇ ਲਿਖ ਕੇ ਇਹ ਗੱਲ ਲਾਈ ਹੁੰਦੀ ਸੀ ਕਿ ਜਿਹੜਾ ਵੀ ਇਸ ਘੋੜੇ ਨੂੰ ਫੜੇਗਾ, ਘੋੜੇ ਦੇ ਮਾਲਕ ਦੇ ਨਾਲ ਉਸ ਨੂੰ ਯੁੱਧ ਕਰਨਾ ਪਵੇਗਾ। ਔਰ ਰਾਮਚੰਦਰ ਜੀ ਦਾ ਨਾਂ ਲਿਖਿਆ ਹੋਇਆ ਸੀ ਕਿ ਜਿਹੜਾ ਵੀ ਇਸ ਘੋੜੇ ਨੂੰ ਫੜੇਗਾ, ਰਾਮਚੰਦਰ ਦੇ ਨਾਲ ਉਸ ਨੂੰ ਯੁੱਧ ਕਰਨਾ ਪਵੇਗਾ। ਇਸ ਕਰਕੇ ਜਿਹੜਾ ਘੋੜੇ ਨੂੰ ਫੜ ਲੈਂਦਾ ਸੀ ਉਹਦੇ ਨਾਲ ਯੁੱਧ ਹੁੰਦਾ ਸੀ, ਜਿਹੜਾ ਨਹੀਂ ਸੀ ਫੜਦਾ ਉਹ ਆਪਣੇ ਆਪ ਹੀ ਉਸ ਰਾਜੇ ਦੇ ਅਧੀਨ ਹੋ ਜਾਂਦਾ ਸੀ। ਤੁਸੀਂ ਸਾਰੀ ਕਥਾ ਨੂੰ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਗਵਾਨ ਰਾਮਚੰਦਰ ਜੀ ਦੇ ਛੱਡੇ ਹੋਏ ਘੋੜੇ ਨੂੰ ਲਵ ਤੇ ਕਸ਼ ਉਹਨਾਂ ਦੇ ਸਪੁੱਤਰਾਂ ਨੇ ਫੜਿਆ ਸੀ ਔਰ ਜੋ ਕੁਝ ਹੋਇਆ ਉਸ ਕਥਾ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪੁਰਾਣੇ ਸਮੇਂ ਦੇ ਅਨੁਸਾਰ ਇਸ ਤਰ੍ਹਾਂ ਘੋੜੇ ਨੂੰ ਛੱਡ ਦਿੱਤਾ ਜਾਂਦਾ ਸੀ
ਜਿਹੜਾ ਘੋੜੇ ਨੂੰ ਫੜਦਾ ਸੀ ਉਹਦੇ ਨਾਲ ਯੁੱਧ ਹੁੰਦਾ ਸੀ, ਜਿਹੜਾ ਨਹੀਂ ਸੀ ਫੜਦਾ ਉਹ ਆਪਣੇ ਆਪ ਹੀ ਅਧੀਨਤਾ ਦੇ ਵਿੱਚ ਆ ਜਾਂਦਾ ਸੀ। ਹੁਣ ਉਹ ਜਿਹੜਾ ਵਛੇਰਾ ਪੈਦਾ ਹੋਇਆ ਘੋੜੀ ਦੇ ਪੇਟੋਂ, ਉਹ ਵੱਡਾ ਹੋਇਆ ਔਰ ਉਸ ਨੂੰ ਇਸੇ ਤਰ੍ਹਾਂ ਛੱਡ ਦਿੱਤਾ ਗਿਆ। ਮਖ ਕੀਜੈ ਹਵੈ ਸੋ ਜਸ ਬਡੇਰੋ, ਜਾਹੇ ਪੁੰਨ ਫਲ ਹੋਤ ਕਨੇਰੋ। ਸਾਰਿਆਂ ਮੰਤਰੀਆਂ ਨੇ ਸਲਾਹ ਦਿੱਤੀ ਹੈ ਰਾਜੇ ਨੂੰ ਕਿ ਹੇ ਰਾਜਨ, ਤੁਸੀਂ ਵੱਡਾ ਯੱਗ ਕਰੋ। ਯੱਗ ਕਰਨ ਦੇ ਨਾਲ ਤੁਹਾਡਾ ਬਹੁਤਾ ਜ਼ਿਆਦਾ ਜਸ ਫੈਲੇਗਾ ਔਰ ਯੱਗ ਕਰਨ ਦੇ ਨਾਲ ਦੂਸਰੇ ਪਾਸੇ ਤੁਹਾਨੂੰ ਪੁੰਨਾਂ ਦੀ ਵੀ ਪ੍ਰਾਪਤੀ ਹੋਵੇ। ਕਹੇ ਸਭਨ ਕੇ ਨਿਪਬੇ ਰਮਾਇਆ, ਬਿਆਸ ਬਿਰਤਾਂਤ ਹਿਰਦੈ ਬਿਸਰਾਇਆ। ਉਸ ਵੇਲੇ ਸਾਰਿਆਂ ਦੇ ਆਖਿਆਂ ਰਾਜਾ ਉਸੇ ਕੰਮ ਕਰਨ ਦੇ ਵਾਸਤੇ ਤਿਆਰ ਹੋਇਆ। ਬਿਆਸ ਬਿਰਤਾਂਤ ਹਿਰਦੈ ਬਿਸਰਾਇਆ, ਪਰ ਵੇਦ ਵਿਆਸ ਜੀ ਨੇ ਜਿਹੜਾ ਬਿਰਤਾਂਤ ਆਖਿਆ ਸੀ ਉਹ ਸਾਰੀ ਦੀ ਸਾਰੀ ਗੱਲ ਨੂੰ ਭੁੱਲ ਗਿਆ। ਮਖ ਆਰੰਭ ਕੀਨੋ ਤਿਹ ਕਾਲਾ, ਚੜ ਕੇ ਜੀਤੇ ਨਿਰਪਤ ਬਿਸਾਲਾ। ਮਖ ਨੂੰ ਯੱਗ ਨੂੰ ਆਰੰਭ ਕਰ ਲਿਆ ਉਸ ਵੇਲੇ, ਔਰ ਬਹੁਤੇ ਸਾਰੇ ਰਾਜਿਆਂ ਦੇ ਨਾਲ ਉਸਨੇ ਯੁੱਧ ਕੀਤਾ ਔਰ ਵੱਡੇ ਵੱਡੇ ਰਾਜਿਆਂ ਨੂੰ ਜਿੱਤਿਆ। ਅਨੇਕ ਪ੍ਰਕਾਰ ਸਵਾਰ ਆਹਾਰਾ, ਬਿਪ ਬੁਲਾਏ ਬਹੁਤ ਆਗਾਰਾ। ਜਦੋਂ ਚੱਕਰਵਰਤੀ ਰਾਜਾ ਬਣ ਗਿਆ, ਸਾਰੇ ਰਾਜਿਆਂ ਨੂੰ ਅਧੀਨ ਕਰ ਲਿਆ, ਉਸ ਵੇਲੇ ਫਿਰ ਇਹਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਆਹਾਰ ਨੇ, ਜਿਹੜੇ ਖਾਣੇ ਨੇ ਉਹ ਤਿਆਰ ਕੀਤੇ ਨੇ ਔਰ ਉਸ ਖਾਣੇ ਦੇ ਵਾਸਤੇ ਬੜੇ ਸੁਚੇਤ ਪੰਡਤਾਂ ਨੂੰ ਬੁਲਾਇਆ ਗਿਆ। ਬਹੁਤੇ ਸਾਰੇ ਪੰਡਤ ਉਸ ਦੇ ਘਰ ਪਹੁੰਚੇ। ਗਮਨਿਓ ਦਾਨ ਦੇਨ ਕੇ ਹੇਤਾ, ਇੱਕ ਪਟ ਮੇ ਪਟਰਾਨ ਸਮੇਤਾ। ਉਹਨਾਂ ਪੰਡਤਾਂ ਨੂੰ ਦਾਨ ਦੇਣ ਦੇ ਵਾਸਤੇ ਆਪਣੀ ਪਟਰਾਣੀ ਦੇ ਸਮੇਤ ਰਾਜਾ ਉਹਨਾਂ ਪੰਡਤਾਂ ਦੀ ਸਭਾ ਦੇ ਵਿੱਚ ਪਹੁੰਚਿਆ। ਕਵੀ ਜੀ ਕਹਿੰਦੇ ਨੇ ਇੱਕ ਪਟ ਮੈਂ ਜਿਹੜੀ ਰਾਣੀ ਸੀ ਉਹ ਇੱਕੋ ਕੱਪੜੇ ਦੇ ਵਿੱਚ ਸੀ ਔਰ ਉਹ ਉੱਥੇ ਨਾਲ ਗਏ। ਵਿਪਰ ਬਿਰੰਦ ਵਿੱਚ ਪਹੁੰਚਾ, ਪਾਇਓ ਪੌਣ ਤੇ ਤੀਆ ਪਟ ਉੱਚਾ। ਪਰ ਸਬਬ ਦੇ ਨਾਲ ਐਸੀ ਗੱਲ ਬਣੀ ਕਿ ਜਦੋਂ ਰਾਜਾ ਤੇ ਰਾਣੀ ਪੰਡਤਾਂ ਨੂੰ ਦਾਨ ਦੇਣ ਲੱਗੇ, ਉਸ ਵੇਲੇ ਤੇਜ਼ ਹਵਾ ਦਾ ਇੱਕ ਬੁੱਲਾ ਆਇਆ, ਜਿਸ ਬੁੱਲੇ ਦੇ ਨਾਲ ਬਰੀਕ ਪਤਲੇ ਜਿਹੜੇ ਕੱਪੜੇ ਸੀ ਰਾਣੀ ਦੇ ਉਹ ਉੱਪਰ ਉੱਠ ਗਏ ਔਰ ਉਹ ਨੰਗੀ ਹੋ ਗਈ। ਉਸ ਵੇਲੇ ਉਸ ਔਰਤ ਦੇ ਅੰਗਾਂ ਨੂੰ ਦੇਖ ਕੇ ਉਹਨਾਂ ਪੰਡਤਾਂ ਨੇ ਮਜ਼ਾਕ ਕੀਤਾ, ਹੱਸ ਪਏ ਉੱਚੀ ਉੱਚੀ। ਤੇ ਛਿਨ ਬਿਖੈ ਬਿਲੋਕੇ ਅੰਗਾ, ਸਰਬ ਦਿਜਨ ਕੀਆ ਹਾਸ ਉਤੰਗਾ। ਨੰਗੇ ਅੰਗਾਂ ਨੂੰ ਦੇਖ ਕੇ ਉਹਨਾਂ ਪੰਡਤਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ, ਠਹਾਕੇ ਦੇ ਨਾਲ ਬੜਾ ਉੱਚੀ ਹੱਸੇ। ਦੇਖ ਭੂਪ ਕ੍ਰੋਧਿਓ ਔਰ ਪਾਰਾ, ਉਚਿਤ ਅਨੁਚਿਤ ਕਛੂ ਨਾ ਵਿਚਾਰਾ। ਜਦੋਂ ਰਾਣੀ ਦਾ ਮਖੌਲ ਉੱਡਿਆ, ਉਸ ਵੇਲੇ ਰਾਜੇ ਜਨਮੇਜੇ ਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ, ਬੜਾ ਗੁੱਸਾ ਚੜਿਆ ਔਰ ਉਸਨੇ ਉਸ ਵੇਲੇ ਇਹ ਵਿਚਾਰ ਨਹੀਂ ਕੀਤੀ ਕਿ ਕੀ ਕਰਨਾ ਯੋਗ ਹੈ ਔਰ ਕੀ ਕਰਨਾ ਅਯੋਗ ਹੈ। ਕਿਉਂਕਿ ਜਦੋਂ ਆਦਮੀ ਦੇ ਉੱਤੇ ਗੁੱਸਾ ਸਵਾਰ ਹੁੰਦਾ ਹੈ, ਕ੍ਰੋਧ ਸਵਾਰ ਹੁੰਦਾ ਹੈ, ਉਸ ਵੇਲੇ ਉਹਦੇ ਵਿੱਚ ਇਹ ਸੋਚਣ ਦੀ ਸ਼ਕਤੀ ਨਹੀਂ ਰਹਿ ਜਾਂਦੀ ਕਿ ਮੈਂ ਕੀ ਕਰਨਾ ਹੈ ਔਰ ਕੀ ਨਹੀਂ ਕਰਨਾ। ਪਕਰੇ ਨਿਪਤ ਬਹੁਤ ਬਿਪਜਾਰੇ, ਇੱਕ ਛਿਨ ਬਿਖੇ ਸਰਬ ਹਨ ਡਾਰੇ। ਉਸ ਵੇਲੇ ਰਾਜੇ ਨੇ ਉਹਨਾਂ ਪੰਡਤਾਂ ਨੂੰ ਫੜਿਆ ਔਰ ਬਹੁਤਿਆਂ ਸਾਰਿਆਂ ਨੂੰ ਸਾੜ ਕੇ ਮਾਰ ਦਿੱਤਾ। ਇੱਕ ਖਿਣ ਦੇ ਵਿੱਚ ਉਹਨੇ ਸਾਰਿਆਂ ਨੂੰ ਮਾਰ ਦਿੱਤਾ। ਮਹਾ ਪਾਪ ਤੇ ਪਾ ਦੁਖ ਭਾਰੀ, ਬੜਿਓ ਕੁਸ਼ਟ ਤੇ ਦੇਹ ਮਜਾਰੀ। ਕਹਿੰਦੇ ਨੇ ਕਵੀ ਜੀ ਕਿ ਮਹਾ ਪਾਪ ਹੋ ਗਿਆ ਕਿ ਉਸਨੇ ਪੰਡਤਾਂ ਨੂੰ ਮਾਰ ਦਿੱਤਾ, ਕਿਉਂਕਿ ਇਤਿਹਾਸਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ 6 ਹੱਤਿਆ ਮੰਨੀਆਂ ਗਈਆਂ ਨੇ। ਪੰਡਤ ਦਾ ਮਾਰਨਾ, ਗਊ ਦਾ ਮਾਰਨਾ, ਵੰਸ਼ ਦਾ ਘਾਤ ਕਰਨਾ, ਲੜਕੀ ਦਾ ਮਾਰਨਾ, ਇਸ ਤਰੀਕੇ ਦੇ ਨਾਲ 6 ਐਸੇ ਅਪਰਾਧ ਨੇ ਜਿਨ੍ਹਾਂ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ ਕਿ ਖੱਟ ਹੱਤਿਆ ਕੇ ਤੁਲ ਹੈ, ਜੇ ਗੁਰ ਤੇ ਸਿੱਖ ਫਿਰ ਜਾਏ। 6 ਹੱਤਿਆ ਵੱਡੀਆਂ ਮੰਨੀਆਂ ਗਈਆਂ ਨੇ। ਜਿਹੜਾ ਬੇਮੁਖ ਆਦਮੀ ਹੈ, ਜਿਹੜਾ ਗੁਰੂ ਤੋਂ ਮੂੰਹ ਪੁਆ ਲੈਂਦਾ ਹੈ, ਉਹ ਉਹਨਾਂ ਤੋਂ ਵੀ ਜ਼ਿਆਦਾ ਮਾੜਾ ਹੈ।
सो मेरा सिर्फ कहण तो भाव है कि 6 वड्डियां हत्या मन्नियां गईयां ने। हुण कवि जी कहंदे ने महापाप ते भा दुख भारा, क्योंकि वह पंडित जाति दे नाल संबंध रखते सन, पंडित सन। इस करके भावें कि किसी भी जीव नूं जां किसी भी मनुख नूं मारना बड़ा वड्डा पाप है, पर पंडित नूं मारना विद्वान कहंदे ने बहुता ही ज्यादा पाप है। इस करके उस पाप दा फल उस नूं लगा, बहुत वड्डा फल पाप दा लगा। बड़ियो कुष्ट ते देह मजारी, राजे दे सारे शरीर दे उत्ते कोड़ हो गया, क्योंकि वेद व्यास मुनि जी ने यह गल आखी सी कि उस वेले तेरे तो एक ऐसा अपराध हो जाएगा, एक ऐसा वड्डा गुनाह हो जाएगा कि तेरे सारे शरीर दे उत्ते कोड़ हो जाएगा। उसे तरह ही कोड़ हो गया। आन ब्यास बरो समझायो, पार्थ को इतिहास सुनायो। वेद व्यास मुनि जी आए ने राजे जनमेजय नूं आण के समझाया है कि तेरी कोड़ दी निवृत्ति दा हुण इक्को ही उपाय है कि तू महाभारत दी कथा नूं मेरे तो सुन, पर रस्ते दे विच सुनदियां सुनदियां कथा कोई शंका ना करे। कहियो भीम को जब इतिहासा, करी बगाए बीच आकाशा। जनमेजा बैठ गया। मुनि वेद व्यास जी ने महाभारत की कथा सुनाउणी शुरू कर दी। राजा सुनदा गया सुनदा गया सुनदा गया। जदों करीब इतिहास इत्थे पहुंचा कि महाभारत का युद्ध हो रहा है, जदों युद्ध का बयान किया भीमसैन के युद्ध का, और उस वेले मुनि जी ने आख्या कि जिहड़ा भीमसैन सी वो इन्ना वड्डा बली सी, इन्ना बलवान सी कि युद्ध दे विच उन्हें वैरियां दे हाथियां नूं पूछां तो फड़ फड़ के घुमा के आकाश दे वल पुआ के सुट दिता, और अजे तक आकाश दे विच घुमदे फिरदे ने, हाथी थल्ले नहीं डिगे। सोया बई ऊपर लो परमाई, बाहुर ना परे धरा पर आई। वेद व्यास जी कहंदे ने हे राजा जनमेजा सुन, इन्ना बली सी भीमसैन कि हाथियां नूं उसने आकाश दे विच सुटिया, अजे तक हाथी उपरली हवा दे विच घुमदे फिरदे ने, उस तो बाद कदे थल्ले धरती ते आण के वो डिगे ने। सुन के भूप न मानी बाणी, नाग ऐठ बैठियो बिन जानी। पर राजे जनमेजय ने उस गल दे उत्ते शंका प्रगट की। कहने लगा वेद व्यास मुनि जी, ये कदे नहीं हो सकता, भावें कोई किड्डा भी वड्डा बलवान को क्यों ना होवे, वो पहली ते गल है कि हाथी नूं आकाश दे विच सुट ही नहीं सकदा। जे भी मान लीए कि आकाश दे विच हाथी भीमसैन ने सुटे भी होणगे, ते ये गल होर भी ज्यादा ना मनण वाली है कि हाथी मुड़ के थल्ले नहीं डिगे, क्योंकि कोई भी चीज आपां आकाश दे वल सुटदे आ वो आखिरकार थल्ले जरूर डिगदी है। ये कदे नहीं हो सकता कि आकाश दे वल किसी चीज नूं फेंकीए सुटीए तो थल्ले ना डिगे। उसने उस वेले नक चाड़िया राजे जनमेजय ने, कहंदा जी ये गल झूठी है, मैं नहीं इस गल नूं मनदा कि कदे इस तरह होया होवेगा, क्योंकि इतिहास दे विच इसे तरह का जिक्र आउंदा है जिहड़े नास्तिक लोग ने उन्हां दे मनण दे विच नहीं आउंदा। किवें कोई मन सकदा है कि हाथी आकाश दे विच सुटे होण ते फिर हाथी आकाश दे विचों थल्ले ना डिगे होण? ना मनण वाली गल है। जिहड़े आस्तिक लोग ने वो मनदे ने, पर इस गल दा जिक्र जरूर आउंदा है। इतिहास दे विच इसे तरह कथा लिखी हुई है कि भीमसैन ने हाथियां नूं पूछां तो फड़ फड़ के आकाश दे वल सुटिया, पर मुड़ के थल्ले नहीं डिगे। मंत्र शक्त ते व्यास उतारे, सभा मजारी सबन दिखारे। और जिहड़ा कथा सुना रहा सी वेद व्यास, वो कोई छोटा मोटा ऋषि नहीं सी जिन्हें ये गल पहला ही दस दी कि इस तरह तेरी मौत होनी है। उहदे विच इन्नी समर्था सी, उसने की कीता कि अपनी मंत्रां दी शक्ति दे नाल वो जिहड़े आकाश दे विच अजे तक घुम रहे हाथी सन उन्हां नूं थल्ले उतारिया। इत्थे विद्वानां दे मतभेद ने। कई विद्वान ये कहंदे ने कि उसे तरह जिउंदे दे जिउंदे हाथी उसने थल्ले उतारे, ते कई विद्वान सज्जने कहंदे ने कि हाथी ते कदों दे मर खप गए सन, उन्हां दीयां हड्डियां नूं थल्ले उतारिया। सिर्फ कहण तो भाव है कि मंत्रां दी शक्ति दे नाल अपनी गल नूं वेद व्यास मुनि जी ने सिद्ध कर दिता सभा दे विच सारियां दे सामने।
कोष्ठ नाक में रहियो तराई, रोयो जन्मे जा दुख पाई। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜਾ ਕੋੜ ਦਾ ਰੋਗ ਸੀ ਉਹ ਨੱਕ ਦੇ ਉੱਤੇ ਬਰਕਰਾਰ ਰਿਹਾ, ਭਾਵੇਂ ਕਿ ਕਥਾ ਸੁਣਨ ਦੇ ਨਾਲ ਬਾਕੀ ਸਾਰੇ ਸਰੀਰ ਦਾ ਕੋੜ ਖਤਮ ਹੋ ਗਿਆ, ਪਰ ਨੱਕ ਦਾ ਕੋੜ ਜਿਹੜਾ ਸੀ ਉਸੇ ਤਰ੍ਹਾਂ ਰਿਹਾ। ਰੋਇਓ ਜਨਮੇਜਾ ਦੁੱਖ ਪਾਏ, ਇਸ ਤਰ੍ਹਾਂ ਰਾਜੇ ਨੇ ਦੁੱਖ ਪਾਇਆ ਔਰ ਰੋਇਆ। ਤਿਸਤੇ ਛੂਟ ਗਏ ਤਨ ਪ੍ਰਾਨਾ, ਕੀਨੋ ਤਵੈ ਪਰਲੋਕ ਪਿਆਨਾ। ਉਸੇ ਨੱਕ ਦੇ ਕੋੜ ਦੇ ਰੋਗ ਦੇ ਨਾਲ ਰਾਜੇ ਜਨਮੇਜੇ ਦੀ ਮੌਤ ਹੋ ਗਈ ਔਰ ਉਹ ਪਰਲੋਕ ਦੇ ਵਿੱਚ ਦੂਸਰੇ ਲੋਕ ਦੇ ਵਿੱਚ ਚਲਾ ਗਿਆ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਦੀ ਇਸ ਤੁਕ ਨੂੰ ਸਿੱਧ ਕਰ ਰਹੇ ਸਨ। ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਇਸ ਤੁਕ ਦਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕਥਾ ਕਹਿ ਕੇ ਅਰਥ ਕੀਤਾ ਹੈ, ਬਖਾਣ ਕੀਤਾ ਹੈ। इस जग में आनंदत ज्ञानी, अपरत श्रेष्ठ सब दुखी महानी। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦੁਨੀਆ ਦੇ ਉੱਤੇ, ਇਸ ਸੰਸਾਰ ਦੇ ਉੱਤੇ ਜਿਹੜਾ ਗਿਆਨੀ ਪੁਰਸ਼ ਹੈ ਉਹ ਹਮੇਸ਼ਾ ਆਨੰਦ ਦੇ ਵਿੱਚ ਮਗਨ ਰਹਿੰਦਾ ਹੈ। ਹੋਰ ਸਾਰੀ ਦੀ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ ਉਹ ਮਹਾਨ ਦੁੱਖਾਂ ਦੇ ਵਿੱਚ, ਵੱਡੇ ਦੁੱਖਾਂ ਦੇ ਵਿੱਚ ਫਸੀ ਰਹਿੰਦੀ। ਪੀਰ ਜੇ ਸ਼ੇਖ ਮਸਾਇਕ ਜੇਤੇ, ਡਰਤ ਕਾਲ ਤੇ ਰੋਵੇਂ ਤੇਤੇ। ਵੱਡੇ ਵੱਡੇ ਪੀਰ, ਸ਼ੇਖ, ਮਸਾਇਕ ਜਿੰਨੇ ਵੀ ਹੋ ਚੁੱਕੇ ਨੇ ਇਹ ਸਾਰੇ ਦੇ ਸਾਰੇ ਕਾਲ ਤੋਂ ਡਰੇ ਨੇ ਔਰ ਰੋਂਦੇ ਗਏ ਨੇ। ਹੁਣ ਇਸ ਤੁਕ ਦਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਰਥ ਕੀਤਾ ਹੈ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਜਿੰਨੇ ਵੀ ਵੱਡੇ ਵੱਡੇ ਸ਼ੇਖ ਪੀਰ ਹੋਏ ਨੇ, ਔਲੀਏ, ਉਹ ਸਾਰੇ ਦੇ ਸਾਰੇ ਮਰ ਗਏ ਨੇ ਔਰ ਰੋਂਦੇ ਮਰੇ। ਗੋਪੀ ਚੰਦ ਨਿਪ ਪਰਥਰੀ, ਰੋਵੇ ਕੰਨ ਪੜਾਏ। ਘਰ ਤਜ ਬਾਹਰ ਨਿਕਸ ਕੈ, ਪੁਨ ਕਰ ਮੰਗਣ ਜਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੋਪੀ ਚੰਦ ਵਰਗੇ ਰਾਜੇ, ਭਰਥਰੀ ਵਰਗੇ ਰਾਜੇ ਜਿਨ੍ਹਾਂ ਨੇ ਰਾਜ ਭਾਗ ਨੂੰ ਛੱਡਿਆ, ਜੋਗੀ ਬਣੇ, ਕੰਨਾਂ ਨੂੰ ਪਾੜ ਕੇ ਮੁੰਦਰਾਂ ਕੰਨਾਂ ਦੇ ਵਿੱਚ ਪਾਈਆਂ, ਘਰਾਂ ਨੂੰ ਛੱਡ ਕੇ ਬਾਹਰ ਜੰਗਲਾਂ ਦੇ ਵਿੱਚ ਨਿਕਲੇ ਤੇ ਫਿਰ ਤੋਂ ਆਣ ਕੇ ਘਰ ਘਰ ਦੇ ਵਿੱਚ ਉਹਨਾਂ ਨੇ ਭੀਖ ਮੰਗੀ। ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਇਸ ਤੁਕ ਦਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਰਥ ਕੀਤਾ ਹੈ, ਰੋਵਹਿ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ। ਹੁਣ ਤੁਸੀਂ ਇਸ ਕਥਾ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸ ਤਰ੍ਹਾਂ ਭਰਥਰੀ ਜੋਗੀ ਬਣਿਆ, ਕਿਸ ਤਰ੍ਹਾਂ ਗੋਪੀ ਚੰਦ ਜੋਗੀ ਬਣਿਆ। ਮੈਂ ਉਸ ਪਾਸੇ ਨਹੀਂ ਜਾਣਾ, ਇਸ਼ਾਰੇ ਦੇ ਮਾਤਰ ਕਵੀ ਜੀ ਨੇ ਦੱਸਿਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਗੋਪੀ ਚੰਦ ਰਾਜੇ ਤੋਂ ਜੋਗੀ ਬਣਿਆ, ਭਰਥਰੀ ਵੀ ਜੋਗੀ ਬਣਿਆ, ਕੰਨਾਂ ਨੂੰ ਪਾੜ ਕੇ ਮੁੰਦਰਾਂ ਪਾਈਆਂ, ਜੋਗੀ ਬਣ ਕੇ ਘਰ ਘਰ ਉਹਨਾਂ ਨੂੰ ਮੰਗਣਾ ਪਿਆ, ਜਿਹੜੇ ਕਦੇ ਦੇਂਦਿਆਂ ਦਾਨ ਨਹੀਂ ਸਨ ਥੱਕਦੇ। ਬਹੁਤ ਯਤਨ ਕਰ ਦਰਬ ਕਮਾਇਓ, ਰੋਵੇਂ ਕਿਰਪਣ ਜਾਏ ਗਵਾਇਓ। ਇਸ ਤੋਂ ਇਲਾਵਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਸਾਰੇ ਦੁਨੀਆ ਦੇ ਉੱਤੇ ਐਸੇ ਮਨੁੱਖ ਹੁੰਦੇ ਨੇ ਜਿਹੜੇ ਕਿ ਬੜੇ ਯਤਨਾਂ ਦੇ ਨਾਲ, ਬੜੇ ਪਰਾਕਰਮ ਦੇ ਨਾਲ ਦਰਬ ਨੂੰ, ਮਾਇਆ ਨੂੰ ਇਕੱਠਾ ਕਰਦੇ ਨੇ, ਪਰ ਜਦੋਂ ਮਾਇਆ ਚਲੀ ਜਾਂਦੀ ਹੈ ਕਿਰਪਣ ਦੇ ਕੋਲੋਂ, ਕੰਜੂਸ ਦੇ ਕੋਲੋਂ, ਤੇ ਫਿਰ ਉਸ ਨੂੰ ਰੋਣਾ ਪੈਂਦਾ ਹੈ। ਇਸੇ ਸ਼ਬਦ ਦਾ ਅਰਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ, ਰੋਵੈ ਕਿਰਪਣ ਸੰਚ ਧਨ ਜਾਏ। ਜਦੋਂ ਧਨ ਚਲਿਆ ਜਾਂਦਾ ਹੈ ਕੰਜੂਸ ਦਾ, ਉਸ ਵੇਲੇ ਫਿਰ ਰੋਂਦਾ ਹੈ। ਗੁਰਬਾਣੀ ਦੇ ਵਿੱਚ ਇੱਕ ਪਾਠ ਵੀ ਹੁੰਦਾ ਹੈ, ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ ਬਾਣੀ ਦੇ ਵਿੱਚ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌੜਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ। ਇਹ ਹਾਲਤ ਹੁੰਦੀ ਹੈ ਮਾਇਆ ਦੇ ਪਿਆਰੇ ਦੀ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕੰਜੂਸ ਦਾ ਧਨ ਗਵਾ ਜਾਂਦਾ ਹੈ, ਹੱਥੋਂ ਨਿਕਲ ਜਾਂਦਾ ਹੈ, ਫਿਰ ਉਹ ਰੋਂਦਾ ਹੈ, ਰੋਵੇ ਕਿਰਪਣ ਸੰਚੈ ਤਨ ਜਾਏ। ਜਦੋਂ ਇਕੱਠਾ ਕੀਤਾ ਹੋਇਆ ਧਨ ਚਲਿਆ ਜਾਂਦਾ ਹੈ ਤੇ ਫਿਰ ਕਿਰਪਣ ਕੰਜੂਸ ਰੋਂਦਾ ਹੈ। ਪੰਡਤ ਉਚਰੈ ਮੁਖ ਤੇ ਗਿਆਨ, ਨਹੀਂ ਕਮਾਵੇ ਜਿਉ ਅਗੇ ਆਨਾ। ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਪੰਡਤ
ਮੁਖ ਤੋਂ ਗਿਆਨ ਦੀਆਂ ਗੱਲਾਂ ਕਰਦੇ ਨੇ, ਉਹ ਦਰਅਸਲ ਗਿਆਨ ਦੇ ਧਾਰਨੀ ਨਹੀਂ ਹੁੰਦੇ। ਉਹ ਕਹਿੰਦੇ ਨੇ ਗਿਆਨ ਦੇ ਧਾਰਨੀ ਨਹੀਂ ਬਣਦੇ, ਉਹ ਸਗੋਂ ਅਗਿਆਨੀ ਹੋ ਜਾਂਦੇ ਨੇ। ਇਸ ਤਰੀਕੇ ਦੇ ਨਾਲ ਉਹਨਾਂ ਦਾ ਗਿਆਨ, ਉਹਨਾਂ ਦੀ ਵਿੱਦਿਆ ਵੀ ਨਸ਼ਟ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਪੰਡਤ ਰੋਵੈ ਗਿਆਨ ਗਵਾਏ, ਪੰਡਤ ਰੋਂਦਾ ਹੈ ਗਿਆਨ ਨੂੰ ਗਵਾ ਕੇ। ਅੰਤ ਕਾਲ ਜਮ ਕੇ ਬਸ ਹੋਏ, ਦੁੱਖ ਪਾਵੈ ਰੋਵੈ ਤਬ ਸੋਏ। ਅਖੀਰਲੇ ਵੇਲੇ ਜਮਾਂ ਦੇ ਵਸ ਦੇ ਵਿੱਚ ਪੈਂਦਾ ਹੈ ਔਰ ਉਸ ਵੇਲੇ ਦੁੱਖ ਪਾਉਂਦਾ ਹੈ ਉਹ ਪੰਡਤ ਜਿਹੜਾ ਆਤਮਾ ਦੇ ਗਿਆਨ ਤੋਂ ਭੁੱਲਿਆ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੁਕ ਦਾ ਅਰਥ ਕੀਤਾ ਹੈ, ਪੰਡਤ ਰੋਵੈ ਗਿਆਨ ਗਵਾਏ। ਪੰਡਤ ਰੋਂਦਾ ਹੈ ਗਿਆਨ ਨੂੰ ਗਵਾ ਕੇ, ਭੁੰਜਾ ਕੇ। ਪਰਤਾ ਮਿਰਤ ਪਏ ਤੇ ਨਾਰੀ, ਰੋਵੈ ਸੇ ਗੁਣ ਕਰਤ ਉਚਾਰੀ। ਇਸ ਤੋਂ ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਨਾਰੀ ਹੈ, ਜਿਹੜੀ ਔਰਤ ਹੈ, ਉਹ ਆਪਣੀ ਪਤੀ ਤੋਂ ਵਿਛੜ ਕੇ ਫਿਰ ਉਸ ਦੇ ਦੁੱਖ ਦੇ ਵਿੱਚ ਰੋਂਦੀ ਹੈ। ਇਸ ਦੁੱਖ ਦਾ ਅਰਥ ਸਤਿਗੁਰਾਂ ਨੇ ਕੀਤਾ ਹੈ, ਬਾਲੀ ਰੋਵੈ ਨਾਹਿ ਪਤਾਰ। ਬਾਲੀ ਕਹਿੰਦੇ ਨੇ ਔਰਤ ਨੂੰ, ਪਤਾਰ ਕਹਿੰਦੇ ਨੇ ਪਤੀ ਨੂੰ। ਜਿਹੜੀ ਔਰਤ ਹੈ ਆਪਣੇ ਪਤੀ ਤੋਂ ਬਗੈਰ ਰੋਂਦੀ ਹੈ। ਇੱਥੇ ਬਾਲੀ ਉਹ ਸਾਖੀ ਵਾਲਾ ਬਾਲੀ ਨਹੀਂ ਹੈ, ਬਾਲੀ ਤੇ ਸੁਗਰੀਵ ਦੀ ਗੱਲ ਨਹੀਂ ਕਰ ਰਹੇ। ਇੱਥੇ ਗੱਲ ਕਰ ਰਹੇ ਨੇ ਔਰਤ ਦੀ, ਸੁਹਾਗਣ ਔਰਤ ਦੀ, ਜਿਹੜੀ ਕਿ ਆਪਣੇ ਪਤੀ ਤੋਂ ਵਿਛੜ ਕੇ ਦੁੱਖ ਪਾਉਂਦੀ ਹੈ। ਬਾਲੀ ਰੋਵੈ ਨਾਹਿ ਪਤਾਰ, ਜਿਹਦੇ ਕੋਲ ਪਤਾਰ ਪਿਆਰਾ ਪਤੀ ਨਹੀਂ ਹੈ, ਉਹ ਬਾਲਿਕਾ, ਉਹ ਔਰਤ ਰੋਂਦੀ ਹੈ, ਉਹਦੇ ਗੁਣਾਂ ਨੂੰ ਯਾਦ ਕਰਦੀ। ਸ੍ਰੀ ਗੁਰ ਕਹਿ ਮਰਦਾਨਾ ਸੁਣੀਏ, ਸਭ ਸੰਸਾਰ ਦੁਖੀ ਹੀ ਗੁਣੀਏ। ਇਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਮਰਦਾਨਿਆ ਸੁਣ, ਸਭ ਸੰਸਾਰ ਦੁਖੀ ਹੀ ਗੁਣੀਏ। ਇਹ ਸਾਰਾ ਜਿਹੜਾ ਸੰਸਾਰ ਹੈ ਨਾ, ਇਹ ਸਾਰਾ ਦਾ ਸਾਰਾ ਦੁਖੀ ਹੈ, ਕੋਈ ਵੀ ਇਹਨਾਂ ਦੇ ਵਿੱਚੋਂ ਸੁਖੀ ਨਹੀਂ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਦੇ ਇਸ ਸ਼ਬਦ ਦੀ ਇਸ ਤੁਕ ਦਾ ਅਰਥ ਕਰਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆ ਸਾਰਾ ਸੰਸਾਰ ਦੁਖੀ ਹੈ, ਕਿਸੇ ਤੋਂ ਵੀ ਪੁੱਛ ਲੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਜੋ ਉੱਚਾ ਚੜ ਕੇ ਦੇਖਿਆ ਘਰ ਘਰ ਇਹ ਅੱਗ। ਫਰੀਦ ਜੀ ਕਹਿੰਦੇ ਨੇ ਕਿ ਮੈਂ ਸਮਝਿਆ ਸਿਰਫ ਮੈਂ ਹੀ ਦੁਖੀ ਹਾਂ, ਪਰ ਜਦੋਂ ਮੈਂ ਆਤਮਕ ਅਵਸਥਾ ਨੂੰ ਉੱਚਾ ਚੁੱਕਿਆ, ਉੱਚੀ ਨਜ਼ਰ ਦੇ ਨਾਲ ਦੇਖਿਆ ਤੇ ਦੇਖਿਆ ਕੀ ਹੈ, ਘਰ ਘਰ ਇਹ ਅੱਗ। ਹਰ ਇੱਕ ਘਰ ਨੂੰ ਦੁੱਖਾਂ ਦੀ ਅੱਗ ਨੇ ਵੇੜਿਆ ਹੋਇਆ, ਇਕੱਲਾ ਮੈਂ ਹੀ ਦੁਖੀ ਨਹੀਂ ਹੈ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਮਰਦਾਨਿਆ ਸਾਰਾ ਸੰਸਾਰ ਦੁਖੀ ਹੈ, ਕੋਈ ਵੀ ਸੁਖੀ ਨਹੀਂ। ਫਸੇ ਮੋਹ ਮੈਂ ਰਹਿਤ ਦੁਖਾਰੇ, ਜਗਤ ਉਦਤ ਕੋ ਪਾਏ ਨਾ ਪਾਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੁਨੀਆ ਦੇ ਜਿਹੜੇ ਮਨੁੱਖ ਨੇ ਐਸੇ ਮੋਹ ਦੇ ਵਿੱਚ ਫਸੇ ਹੋਏ ਨੇ, ਇੰਨੇ ਜ਼ਿਆਦਾ ਦੁਖੀ ਨੇ। ਗੁਰੂ ਜੀ ਪ੍ਰਮਾਣ ਦਿੰਦੇ ਨੇ, ਜਗਤ ਉਦਤ ਕੋ ਪਾਏ ਨਾ ਪਾਰੇ। ਮਾਨੋ ਕਿ ਜਿਹੜਾ ਸੰਸਾਰ ਹੈ ਇੱਕ ਵੱਡੇ ਸਮੁੰਦਰ ਦੀ ਤਰ੍ਹਾਂ ਹੈ, ਔਰ ਇਹ ਸਮੁੰਦਰ ਦੇ ਵਿੱਚ ਪਾਣੀ ਨਹੀਂ ਭਰਿਆ ਹੋਇਆ, ਦੁੱਖਾਂ ਦਾ ਪਾਣੀ ਭਰਿਆ ਹੋਇਆ। ਔਰ ਇਸ ਦੁੱਖਾਂ ਰੂਪੀ ਪਾਣੀ ਦੇ ਵਿੱਚ ਜਿਹੜੇ ਲੋਕ ਨੇ, ਮਨੁੱਖ ਨੇ, ਉਹ ਡੁੱਬਦੇ ਜਾ ਰਹੇ ਨੇ, ਉਹਨਾਂ ਨੂੰ ਪਾਰਲਾ ਕਿਨਾਰਾ ਨਹੀਂ ਲੱਭਦਾ, ਕਿਉਂਕਿ ਸਮੁੰਦਰ ਬਹੁਤ ਵਿਸ਼ਾਲ ਹੁੰਦਾ ਹੈ। ਜੇਕਰ ਵਿਚਕਾਰ ਸਮੁੰਦਰ ਦੇ ਕੋਈ ਮਨੁੱਖ ਫਸ ਜਾਵੇ ਤੇ ਕਿਸੇ ਸਾਧਨ ਤੋਂ ਬਗੈਰ ਉਹ ਕਦੇ ਪਾਰ ਨਹੀਂ ਲੱਗ ਸਕਦਾ, ਭਾਵੇਂ ਉਮਰਾਂ ਬੱਧੀ ਤਰਦਾ ਰਹੇ, ਨਹੀਂ ਪਾਰ ਲੱਗਦਾ। ਵਾਹਿਗੁਰੂ ਸਤਨਾਮ ਜੋ ਮਨੇ ਸੋਜਣ ਜਾਏ, ਔਰ ਕਰਮ ਲੇਖੈ ਬਿਖੈ ਨਹੀਂ ਕੋ ਛੁਟਨ ਉਪਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਜਿਹੜਾ ਸੱਚਾ ਨਾਮ ਹੈ, ਉਹਨੂੰ ਜਿਹੜਾ ਮੰਨਦਾ ਹੈ ਸੋ ਜਿਣ ਜਾਏ, ਉਹ ਜਿੱਤ ਜਾਂਦਾ ਹੈ। ਕਹਿੰਦੇ ਨੇ, ਔਰ ਕਰਮ ਲੇਖੈ ਬਿਖੈ ਨਹੀਂ ਕੋ ਛੁੱਟਣ ਪਾਏ। ਹੋਰ ਜਿਹੜੇ ਕੀਤੇ ਹੋਏ ਕਰਮ ਨੇ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਪੈਂਦੇ, ਉਹਨਾਂ ਦੇ ਨਾਲ ਛੁੱਟਿਆ ਨਹੀਂ ਜਾਂਦਾ। ਜੇਕਰ ਸੱਚਾ ਵਾਹਿਗੁਰੂ ਦਾ ਨਾਮ ਨਾ ਜਪਿਆ ਜਾਏ, ਜਿਹੜਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿੱਤ ਜਾਂਦਾ ਹੈ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤੁਕ ਦਾ ਅਰਥ ਕੀਤਾ ਹੈ, ਮੰਨੇ ਨਾਓ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੈ ਲਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਦਾ ਇਹ ਜਿਹੜਾ ਸ਼ਬਦ ਹੈ ਨਾ, ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ
ਆਪ ਹੀ ਉਚਾਰਨ ਕੀਤਾ ਹੈ, ਉਸ ਦਾ ਅਰਥ ਕੀਤਾ ਹੈ ਇਸ ਤਰੀਕੇ ਦੇ ਨਾਲ, ਵੱਡੇ ਵੱਡੇ ਪ੍ਰਮਾਣਾਂ ਦੇ ਨਾਲ ਔਰ ਵੱਡੀਆਂ ਵੱਡੀਆਂ ਸਾਖੀਆਂ ਦੇ ਨਾਲ। ਕਿਉਂਕਿ ਇਹ ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ, ਇਸ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ, ਸਹੰਸਰ ਦਾਨ ਦੇ ਇੰਦਰ ਰਵਾਇਆ। ਔਰ ਹਰ ਇੱਕ ਤੁਕ ਦੇ ਵਿੱਚ ਵੱਖਰੀ ਵੱਖਰੀ ਸਾਖੀ ਸੀ। ਉਹ ਸਾਰੀਆਂ ਸਾਖੀਆਂ ਵੀ ਤੁਸੀਂ ਸੁਣੀਆਂ ਨੇ ਔਰ ਸਾਰੇ ਸ਼ਬਦ ਦਾ ਅਰਥ ਵੀ ਤੁਸੀਂ ਇਸ ਜਗ੍ਹਾ ਦੇ ਉੱਤੇ ਸੁਣ ਚੁੱਕੇ। ਹਿਰਦੈ ਸ਼ੋਧ ਸੇਵੈ ਸਿਰਿ ਨਾਮੋ, ਨਹੀਂ ਤਿਨ ਕੋ ਲੇਖੈ ਸੋ ਕਾਮੋ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਨੇ, ਨਾਲੇ ਮਰਦਾਨੇ ਨੂੰ ਤੇ ਨਾਲੇ ਉਸ ਸ਼ਾਹੂਕਾਰ ਨੂੰ ਜਿਸ ਦੀ ਕਥਾ ਚੱਲ ਰਹੀ ਸੀ ਕਿ ਸ਼ਾਹੂਕਾਰ ਦੀ ਜਿਹੜੀ ਔਰਤ ਹੈ ਵਿਭਚਾਰਨ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸੇ ਸ਼ਾਹੂਕਾਰ ਦੇ ਪ੍ਰਥਾਏ ਇਹ ਸਾਰਾ ਸ਼ਬਦ ਉਚਾਰਨ ਕੀਤਾ। ਔਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਣ ਇਸ ਵੇਲੇ ਉਸ ਸ਼ਾਹੂਕਾਰ ਨੂੰ ਤੇ ਮਰਦਾਨੇ ਨੂੰ ਤੇ ਬਾਲੇ ਨੂੰ ਸਾਂਝੀ ਜੀ ਸਿੱਖਿਆ ਦੇ ਰਹੇ ਨੇ। ਗੁਰੂ ਜੀ ਕਹਿੰਦੇ ਨੇ, ਹਿਰਦੈ ਸ਼ੁੱਧ ਸੇਵੈ ਸਿਰਿ ਨਾਮੋ, ਨਹੀਂ ਤਿਨ ਕੋ ਲੇਖੈ ਸੋ ਕਾਮੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਮਨੁੱਖ ਸ਼ੁੱਧ ਹਿਰਦੇ ਦੇ ਨਾਲ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰਦਾ ਹੈ, ਨਹੀਂ ਤਿਨ ਕੋ ਲੇਖੈ ਕਾਮੋ, ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ, ਉਹਨਾਂ ਨੂੰ ਲੇਖੇ ਦੇ ਨਾਲ ਕੋਈ ਕੰਮ ਨਹੀਂ ਰਹਿੰਦਾ। ਧਰਮ ਰਾਏ ਕੋ ਕਾਗਦ ਫਾਰੈ, ਜਾਵਤ ਪੰਥ ਨਾ ਕੋ ਅਟਕਾਰੈ। ਕਹਿੰਦੇ ਨੇ ਐਸੇ ਜਿਹੜੇ ਮਨੁੱਖ ਨੇ ਜਿਹੜੇ ਨਾਮ ਦਾ ਜਾਪ ਕਰਦੇ ਨੇ, ਉਹਨਾਂ ਦੇ ਲੇਖੇ ਜੋਖੇ ਦੇ ਜਿਹੜੇ ਕਾਗਜ਼ ਨੇ ਨਾ, ਉਹ ਧਰਮਰਾਜ ਨੂੰ ਜਿਹੜੇ ਜਾ ਕੇ ਦਿਖਾਉਣੇ ਹੁੰਦੇ ਨੇ ਉਹ ਫਟ ਜਾਂਦੇ ਨੇ, ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ। ਕਿਉਂਕਿ ਪਾਠ ਆਉਂਦਾ ਹੈ ਗੁਰਬਾਣੀ ਦੇ ਵਿੱਚ, ਧਰਮ ਰਾਏ ਅਬ ਕਹਾ ਕਰੇਗੋ ਜੋ ਫਾਟਿਓ ਸਗਰੋ ਲੇਖਾ। ਹੁਣ ਧਰਮਰਾਏ ਕੀ ਕਰੇਗਾ ਜਦੋਂ ਲੇਖੇ ਦੇ ਕਾਗਜ਼ ਹੀ ਫਾਟ ਗਏ ਨੇ। ਤੇ ਲੇਖੇ ਦੇ ਕਾਗਜ਼ ਸਾਧ ਸੰਗਤ ਜੀ ਉਦੋਂ ਪਾੜਦੇ ਨੇ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਵੇ। ਇੱਕ ਜਗ੍ਹਾ ਹੋਰ ਵੀ ਪਾਠ ਆਉਂਦਾ ਹੈ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ। ਪਰ ਯਾਦ ਰੱਖਣ ਦੀ ਇਹ ਲੋੜ ਹੈ ਕਿ ਨਿਰਾ ਸਤਿਗੁਰੂ ਨੂੰ ਮਿਲਣ ਦੇ ਨਾਲ ਲੇਖਾ ਨਹੀਂ ਨਿਬੜਦਾ। ਲੇਖਾ ਤਾਂ ਨਿਬੜਦਾ ਜੇਕਰ ਸਤਿਗੁਰੂ ਦੇ ਬਚਨਾਂ ਦੇ ਉੱਤੇ ਚੱਲਿਆ ਜਾਵੇ, ਉਹਨਾਂ ਦੇ ਹੁਕਮਾਂ ਤੇ ਚੱਲਿਆ ਜਾਵੇ। ਜੇ ਇਕੱਲੇ ਸਤਿਗੁਰੂ ਦੀ ਗੱਲ ਹੈ ਤੇ ਦੁਨੀਆ ਦੇ ਵਿੱਚ ਜਿੰਨੇ ਮਰਜ਼ੀ ਸਤਿਗੁਰੂ ਨੂੰ ਧਾਰਨ ਕਰੀ ਫਿਰੋ, ਭਾਵੇਂ ਕਿੱਡੇ ਵੀ ਪੂਰਨ ਸਤਿਗੁਰੂ ਦੀ ਸੰਗਤ ਦੇ ਵਿੱਚ ਪੈ ਜਾਵੋ, ਜਿੰਨਾ ਚਿਰ ਸਤਿਗੁਰੂ ਦਾ ਹੁਕਮ ਨਹੀਂ ਮੰਨਦੇ ਉਹਨਾਂ ਚਿਰ ਲੇਖਾ ਨਹੀਂ ਨਿਬੜਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਇਹਦਾ ਇਕੱਲਾ ਇਹ ਅਰਥ ਨਹੀਂ ਹੈ ਕਿ ਸਤਿਗੁਰੂ ਦੇ ਧਾਰਨੀ ਬਣ ਗਏ ਤੇ ਲੇਖਾ ਨਿਬੜ ਗਿਆ। ਮਤ ਇਸ ਭੁਲੇਖੇ ਦੇ ਵਿੱਚ ਰਿਹਾ ਜੇ। ਲੇਖਾ ਤਾਂ ਨਿਬੜੇਗਾ ਜਿਹੜਾ ਹੁਕਮ ਮੰਨੇਗਾ। ਮੈਨੂੰ ਇੱਕ ਵਿੱਚੋਂ ਹੀ ਬਚਨ ਯਾਦ ਆ ਗਿਆ, ਸਾਰੇ ਇੱਕ ਵਾਰੀ ਗੱਜ ਕੇ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਇੱਕ ਵਾਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਥਾਈਲੈਂਡ ਦੇ ਵਿੱਚ ਹੁਕਮ ਕੀਤਾ, ਕੁਝ ਪ੍ਰਣ ਬਣਾਏ ਗਏ, ਕੋਈ ਨਿਯਮ ਬਣਾਏ ਗਏ। ਪਹਿਲਾਂ ਤੇ ਇਹ ਪ੍ਰਣ ਬਣਾਇਆ ਗਿਆ ਕਿ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਦਾ ਹੈ ਉਹਨੂੰ ਮੰਨਿਆ ਜਾਏਗਾ ਕਿ ਉਹ ਨਾਮਧਾਰੀ ਸਿੱਖ ਹੈ। ਪਰ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਨਹੀਂ, ਜਿਹੜਾ ਮੇਰੇ ਹੁਕਮ ਨੂੰ ਮੰਨਦਾ ਹੈ ਉਹ ਨਾਮਧਾਰੀ ਸਿੱਖ ਕਹਾਇਆ ਜਾਏਗਾ। ਹੁਣ ਤੁਸੀਂ ਦੱਸੋ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਤੇ ਮੰਨ ਲਈਏ ਪਰ ਉਹਨਾਂ ਦੇ ਹੁਕਮਾਂ ਨੂੰ ਨਾ ਮੰਨੀਏ ਤੇ ਕੀ ਅਸੀਂ ਨਾਮਧਾਰੀ ਹਾਂ? ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਤੇ ਅਸੀਂ ਪੂਰਨ ਸਤਿਗੁਰੂ ਮੰਨੀਏ ਤੇ ਉਹਨਾਂ ਦੇ ਹੁਕਮਾਂ ਨੂੰ ਨਾ ਮੰਨੀਏ ਤੇ ਫਿਰ ਸਤਿਗੁਰਾਂ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ। ਮਤ ਮੰਨੋ, ਕੋਈ ਫਾਇਦਾ ਨਹੀਂ। ਗੁਰੂ ਦਾ ਹੁਕਮ ਮੰਨਣਾ ਸਾਰਿਆਂ ਤੋਂ ਵੱਡੀ ਗੱਲ ਹੈ। ਜਿਹੜਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਉਹਨਾਂ ਦੇ ਬਚਨਾਂ ਨੂੰ ਨਹੀਂ ਮੰਨਦਾ, ਉਹ ਭਾਵੇਂ ਸਤਿਗੁਰਾਂ ਨੂੰ ਮੰਨੇ ਜਾਂ ਨਾ ਮੰਨੇ, ਉਹ ਇੱਕ ਬਰਾਬਰ, ਕੋਈ ਫਾਇਦਾ ਨਹੀਂ। ਸੋ ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਵੇਲੇ ਕਹਿ ਰਹੇ ਨੇ, ਧਰਮ ਰਾਏ ਕੋ ਕਾਗਦ ਫਾਰੈ, ਜਾਵਤ ਪੰਥ ਨਾ ਕੋ ਅਟਕਾਰੈ। ਧਰਮ ਰਾਏ ਵੀ ਉਹਨਾਂ ਦੇ ਕਾਗਜ਼ਾਂ ਨੂੰ, ਲੇਖੇ ਨੂੰ ਨਹੀਂ ਪੜਦਾ, ਪਾੜ ਦਿੰਦਾ। ਇਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੈ। ਇਹ ਨਾਮ ਦੇ ਤਰੀਕ ਨੇ, ਇਹ ਨਾਮ ਨੂੰ ਜਪਣ ਵਾਲੇ ਨੇ, ਗੁਰੂ ਦੇ ਹੁਕਮਾਂ ਨੂੰ ਮੰਨਣ ਵਾਲੇ ਨੇ। ਉਹਨਾਂ ਨੂੰ ਰਸਤੇ ਦੇ ਵਿੱਚ ਕੋਈ ਅਟਕਾ ਨਹੀਂ। ਐਸੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਉਹਨਾਂ ਨੂੰ ਸਤਿਕਾਰ ਨਹੀਂ ਮਿਲਦਾ। ਰੇ ਰੇ ਦਰਗਹ ਕਹਿ ਨਾ ਕਹੂ, ਆਓ ਬੈਠ ਸਭ ਆਦਰ ਦੇਵ। ਰੇ ਰੇ ਉਹ ਆ ਕੇ ਕੋਈ ਨਹੀਂ ਬੁਲਾਵੇਗਾ, ਸਾਰੇ ਆਖਣਗੇ ਆਓ ਜੀ ਇੱਥੇ ਬੈਠੋ। ਐਸੀ ਕਦਰ ਹੁੰਦੀ ਹੈ ਨਾਮ ਦੇ ਜਪਣ ਵਾਲੇ ਮਨੁੱਖਾਂ ਦੀ। ਇਸੀ ਪ੍ਰਕਾਰ ਸਾਰ ਸੁਣ ਕਰਕੇ ਰਹਿਓ ਸ਼ਾਹ ਪਗ ਪਰ ਸਿਰ ਧਰ ਕੇ।
ਇਸ ਤਰ੍ਹਾਂ ਦੇ ਸਾਰ ਵਾਲੇ ਬਚਨ ਜਦੋਂ ਉਸ ਸ਼ਾਹੂਕਾਰ ਨੇ ਸੁਣੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਉਸਨੇ ਆਪਣੇ ਸਿਰ ਨੂੰ ਰੱਖ ਦਿੱਤਾ। ਤੁਮਰੇ ਬਚ ਸਾਬਣ ਸਮ ਸਰਹੀ, ਮਨ ਮਲੀਨ ਪਟ ਉਜਲ ਕਰਹੀ। ਹੱਥ ਜੋੜ ਕੇ ਉਸ ਸ਼ਾਹੂਕਾਰ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ। ਕਹਿਣ ਲੱਗਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਬਚਨ ਨੇ ਉਹ ਸਾਬਣ ਵਰਗੇ ਨੇ। ਕਹਿੰਦਾ ਕਿ ਜਿਸ ਤਰ੍ਹਾਂ ਮਲੀਨ ਹੋਏ ਕੱਪੜੇ ਨੂੰ ਸਾਬਣ ਲਾ ਕੇ ਧੋ ਦਿੱਤਾ ਜਾਵੇ ਤੇ ਉਹ ਸਾਫ਼ ਹੋ ਜਾਂਦਾ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਿਹੜਾ ਮਨ ਰੂਪੀ ਮਲੀਨ ਕੱਪੜਾ ਹੈ ਨਾ, ਉਹ ਤੁਹਾਡੇ ਬਚਨਾਂ ਦੇ ਸਾਬਣ ਦੇ ਨਾਲ ਸਾਫ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਤੁਹਾਡੇ ਬਚਨ ਇਸ ਤਰ੍ਹਾਂ ਦੇ। ਚਲੋ ਆਬੇ ਮਾਮ ਸਾਧਨ ਬਚਤਰਾ, ਪਾਏ ਪਾਏ ਕੇ ਕਰੋ ਪਵਿੱਤਰਾ। ਹੁਣ ਸ਼ਾਹੂਕਾਰ ਨੇ ਅਰਜ਼ ਕੀਤੀ ਹੈ, ਹੇ ਗਰੀਬ ਨਵਾਜ਼, ਹੇ ਸੱਚੇ ਪਾਤਸ਼ਾਹ, ਹੁਣ ਕਿਰਪਾ ਕਰਕੇ ਮੇਰੀ ਅਰਜ਼ ਨੂੰ ਪ੍ਰਵਾਨ ਕਰੋ ਔਰ ਮੇਰੇ ਜਿਹੜੇ ਸੋਹਣੇ ਮਕਾਨ ਬਣੇ ਹੋਏ ਨੇ ਉਹਨਾਂ ਦੇ ਵਿੱਚ ਆਪਣੇ ਪਵਿੱਤਰ ਚਰਨਾਂ ਨੂੰ ਪਾਓ ਤੇ ਮੇਰੇ ਮਹਿਲਾਂ ਨੂੰ ਤੁਸੀਂ ਪਵਿੱਤਰ ਕਰ ਦਿਓ। ਵੱਡੇ ਭਾਗ ਜਾਗੇ ਤੁਮ ਆਏ, ਸਰਬ ਸਾਰ ਕੇ ਬਚਨ ਸੁਣਾਏ। ਸ਼ਾਹੂਕਾਰ ਕਹਿੰਦਾ, ਇਹ ਸੱਚੇ ਪਾਤਸ਼ਾਹ ਮੇਰੇ ਬਹੁਤ ਵੱਡੇ ਭਾਗ ਉੱਚੇ ਜਾਗਰਤ ਹੋਏ ਨੇ, ਤਾਂ ਹੀ ਸੱਚੇ ਪਾਤਸ਼ਾਹ ਤੁਹਾਡਾ ਮਿਲਾਪ ਹੋਇਆ, ਤੁਸੀਂ ਮੈਨੂੰ ਮਿਲੇ ਹੋ। ਸਰਬ ਸਾਰ ਕੇ ਬਚਨ ਸੁਣਾਏ। ਇਸ ਤੋਂ ਇਲਾਵਾ ਇਹ ਸੱਚੇ ਪਾਤਸ਼ਾਹ ਤੁਸੀਂ ਤੇ ਸਾਰ ਤੱਤ ਵਾਲੇ ਜਿਹੜੇ ਬਚਨ ਨੇ ਨਾ ਉਹ ਮੈਨੂੰ ਸੁਣਾਏ। ਸੁਣ ਕਰ ਬਿਨੈ ਪ੍ਰਭੂ ਸੁਖਕਾਰੀ, ਗਮਨੇ ਤਾਂ ਕੇ ਸਦਨ ਮਝਾਰੀ। ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਪ੍ਰਭੂ ਨੇ ਸੁਖਾਂ ਦਾ ਮੂਲ, ਜਿਹੜੇ ਸੁਖ ਦਾਤੇ ਨੇ, ਉਹਨਾਂ ਨੇ ਸ਼ਾਹੂਕਾਰ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਉਸ ਦੇ ਘਰ ਉਹਦੇ ਨਾਲ ਮਿਲ ਕੇ ਚਲੇ ਗਏ। ਜਹਾਂ ਮਹਿਲ ਥੋ ਅਦਕ ਸੁਹਾਵਨ, ਤਹ ਇੱਕ ਕੀਨ ਪ੍ਰਿਯੰਕ ਡਸਾਵਨ। ਜਿਹੜਾ ਮਹਿਲ ਸੀ ਬਹੁਤ ਜ਼ਿਆਦਾ ਖੂਬਸੂਰਤ, ਬੜਾ ਸੁਹਾਵਣਾ। ਉਸ ਮਹਿਲ ਦੇ ਅੰਦਰ ਸਤਿਗੁਰਾਂ ਦੇ ਬਿਰਾਜਣ ਦੇ ਵਾਸਤੇ, ਬੈਠਣ ਦੇ ਵਾਸਤੇ ਉਸ ਸ਼ਾਹੂਕਾਰ ਨੇ ਇੱਕ ਸੋਹਣਾ ਪਲੰਗ ਢਾ ਦਿੱਤਾ। ਬੈਠਾਰੇ ਕਰ ਭਾਓ ਬਿਸਾਲਾ, ਬਹੁਰ ਪਾਏ ਪਾਈ ਨਿਜ ਬਾਲਾ। ਬਿਠਾਇਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੜੇ ਪ੍ਰੇਮ ਦੇ ਨਾਲ, ਬੜੇ ਸਤਿਕਾਰ ਦੇ ਨਾਲ। ਇਸ ਤੋਂ ਬਾਅਦ ਉਸ ਸ਼ਾਹੂਕਾਰ ਦੀ ਜਿਹੜੀ ਬਾਲਾ ਸੀ, ਜਿਹੜੀ ਔਰਤ ਸੀ, ਉਸ ਨੂੰ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਾਇਆ। ਉਹਨੇ ਵੀ ਆਣ ਕੇ ਨਮਸਕਾਰ ਕੀਤੇ। ਤੇਹ ਕੋ ਸ਼ਾਂਤ ਦੇਨ ਕੇ ਹੇਤਾ, ਬੋਲੇ ਸ੍ਰੀ ਬੇਦੀ ਕੁਲ ਕੇਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਔਰਤ ਨੂੰ ਸ਼ਾਂਤੀ ਦੇਣ ਦੇ ਵਾਸਤੇ ਜਿਹੜੇ ਬੇਦੀ ਕੁਲ ਦੇ ਸ੍ਰੇਸ਼ਟ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਔਰਤ ਨੂੰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ, ਅਬਲ ਪਿੰਗ ਕੋਰੀ ਪਤ ਹੋਈ, ਪ੍ਰਭੂ ਸਮਾਨ ਲਖੈ ਤੀਆ ਜੋਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਵਿਵਚਾਰਨ ਔਰਤ ਨੂੰ ਕਹਿੰਦੇ ਨੇ ਅਬਲ। ਅਬਲ ਕਹਿੰਦੇ ਨੇ ਦੁਬਲੇ ਨੂੰ, ਪਿੰਗ ਕਹਿੰਦੇ ਨੇ ਪਿੰਗਲੇ ਨੂੰ, ਔਰ ਕੋਰੀ ਕਹਿੰਦੇ ਨੇ ਕੋੜੀ ਨੂੰ। ਕਹਿੰਦੇ ਨੇ ਭਾਵੇਂ ਪਤੀ ਦੁਬਲਾ ਹੋਵੇ, ਭਾਵੇਂ ਪਿੰਗਲਾ ਹੋਵੇ, ਭਾਵੇਂ ਕੋੜੀ ਹੋਵੇ, ਗੁਰੂ ਜੀ ਕਹਿੰਦੇ ਨੇ ਪ੍ਰਭੂ ਸਮਾਨ ਲਖੈ ਤੀਆ ਜੋਈ। ਤੀਆ ਨੂੰ ਔਰਤ ਨੂੰ ਚਾਹੀਦਾ ਹੈ ਕਿ ਭਾਵੇਂ ਪਤੀ ਕੋੜੀ ਹੋਵੇ, ਪਿੰਗਲਾ ਹੋਵੇ, ਉਸ ਨੂੰ ਪਰਮੇਸ਼ਰ ਦੇ ਪ੍ਰਭੂ ਦੇ ਸਮਾਨ ਜਾਣੇ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਆਉਂਦਾ ਹੈ ਕਿ ਔਰਤ ਨੂੰ ਪਤੀ ਹੀ ਸਿਰਫ ਨਹੀਂ ਸਮਝਣਾ ਚਾਹੀਦਾ, ਪਤੀ ਪਰਮੇਸ਼ਰ ਸਮਝਣਾ ਚਾਹੀਦਾ ਹੈ, ਰੱਬ ਦਾ ਰੂਪ ਸਮਝਣਾ ਚਾਹੀਦਾ ਹੈ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਔਰਤ ਨੂੰ ਸਿੱਖਿਆ ਦਿੰਦੇ ਨੇ ਕਿ ਔਰਤ ਦਾ ਧਰਮ ਇਹ ਬਣਦਾ ਹੈ ਕਿ ਭਾਵੇਂ ਪਿੰਗਲਾ ਹੋਵੇ, ਕੋੜੀ ਹੋਵੇ, ਕਿਸ ਤਰ੍ਹਾਂ ਦਾ ਵੀ ਪਤੀ ਹੋਵੇ, ਉਸ ਨੂੰ ਪ੍ਰਭੂ ਦੇ ਸਮਾਨ ਸਮਝੇ। ਸਰਬ ਪਾਤ ਕੀ ਸੇਵਾ ਕਰਹੀ, ਪਰ ਪੁਰਖਣ ਰਤੇ ਔਰ ਨਹੀਂ ਤਰਹੀ। ਹਰ ਇੱਕ ਪ੍ਰਕਾਰ ਦੇ ਨਾਲ ਪਤੀ ਦੀ ਸੇਵਾ ਕਰੇ। ਇਹ ਨਾ ਹੋਵੇ ਕਿ ਪਰਾਇਆ ਪੁਰਖਾਂ ਦੇ ਨਾਲ ਉਹ ਔਰਤ ਪਿਆਰ ਰੱਖੇ, ਭਾਵੇਂ ਪਿੰਗਲਾ ਹੋਵੇ, ਕੋੜੀ ਹੋਵੇ, ਕਿਸ ਤਰ੍ਹਾਂ ਦਾ ਵੀ ਹੋਵੇ, ਪਤੀ ਦੀ ਸੇਵਾ ਕਰਨੀ ਬਣਦੀ ਹੈ ਪਤਨੀ ਨੂੰ। ਇਸ ਕਥਾ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਜਿਹੜੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਵੇਲੇ ਸਾਖੀ ਵਾਪਰੀ ਹੈ, ਬੀਬੀ ਰਜਨੀ ਦੀ। ਇਸ ਕਥਾ ਨੂੰ ਤੁਸੀਂ ਜਾਣਦੇ ਹੋ
कि बीबी रजनी दे प्यो ने किस तरह उहदा विआह कीता सी। टूक मात्र 2-4 मिनट लगणगे, मैं साखी सुना ही देना थोड़े शब्दां दे विच। पट्टी दा शाहूकार सी, बहुत वड्डा, बहुत धनाड़ अमीर आदमी। लिखिया इतिहासां दे विच कि उस दियां 5 ਜਾਂ 7 लड़कियां सन और वह हर एक लड़की नूं पुछदा सी कि तुसीं किहदा दित्ता खांदियां हो। ਜਿਹੜੀਆਂ ਵੱਡੀਆਂ ਸਨ ਉਹ ਚਾਰੇ ਦੀਆਂ ਚਾਰੇ ਜਾਂ ਪੰਜੇ ਦੀਆਂ ਪੰਜੇ ਉਹ ਇਹੀ ਜਵਾਬ ਦਿੰਦੀਆਂ ਸਨ ਕਿ ਇਹ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ। ਪਰ ਜਦੋਂ ਸਾਰਿਆਂ ਤੋਂ ਛੋਟੀ ਨੂੰ ਪੁੱਛਿਆ, ਜਿਹਦਾ ਨਾਂ ਇਤਿਹਾਸ ਦੇ ਵਿੱਚ ਰਜਨੀ ਲਿਖਿਆ ਹੈ, ਰਜਨੀ ਨੂੰ ਜਦੋਂ ਪਿਤਾ ਨੇ ਪੁੱਛਿਆ ਕਿ ਤੂੰ ਕਿਹਦਾ ਦਿੱਤਾ ਖਾਂਦੀ ਹੈ, ਔਰ ਉਹ ਕਹਿੰਦੀ ਹੈ ਮੈਂ ਪਿਤਾ ਜੀ ਉਸ ਦਾ ਦਿੱਤਾ ਖਾਂਦੀ ਹਾਂ ਜਿਹਦਾ ਦਿੱਤਾ ਤੁਸੀਂ ਭੋਗਦੇ ਹੋ। ਕਹਿਣ ਤੋਂ ਭਾਵ ਹੈ ਕਿ ਮੈਂ ਪਰਮੇਸ਼ਰ ਦਾ ਦਿੱਤਾ ਖਾਂਦੀ ਹਾਂ, ਕਿਉਂਕਿ ਦਾਤਾਰਾ ਉਹੀ ਹੈ, ਸਾਰਿਆਂ ਨੂੰ ਦਾਤਾ ਉਹੀ ਦਿੰਦਾ ਹੈ। ਉਸ ਵੇਲੇ ਪਿਤਾ ਨੂੰ ਬਹੁਤ ਗੁੱਸਾ ਆਇਆ। ਲਿਖਿਆ ਹੈ ਕਿ ਉਸਨੇ ਆਖਿਆ ਕਿ ਮੈਂ ਦੇਖਦਾ ਹਾਂ ਕਿ ਤੈਨੂੰ ਪਰਮੇਸ਼ਰ ਕਿਵੇਂ ਦਿੰਦਾ ਹੈ, ਤੂੰ ਮੇਰਾ ਦਿੱਤਾ ਖਾਂਦੀ ਹੈ, ਸਾਰੀਆਂ ਮੇਰੀਆਂ ਧੀਆਂ ਮੇਰਾ ਦਿੱਤਾ ਖਾਂਦੀਆਂ ਨੇ। ਕਹਿੰਦਾ ਮੈਂ ਤੇਰਾ ਐਸੀ ਜਗ੍ਹਾ ਦੇ ਉੱਤੇ ਵਿਆਹ ਕਰਾਂਗਾ ਤੇ ਫੇਰ ਤੈਨੂੰ ਪੁੱਛਾਂਗਾ ਕਿ ਤੂੰ ਕਿਹਦਾ ਦਿੱਤਾ ਖਾਂਦੀ ਹੈ। ਇਸ ਤੋਂ ਬਾਅਦ ਉਸ ਸ਼ਾਹੂਕਾਰ ਧਨਾੜ ਨੇ ਬੀਬੀ ਰਜਨੀ ਦਾ ਵਿਆਹ ਇੱਕ ਪਿੰਗਲੇ ਦੇ ਨਾਲ ਕਰ ਦਿੱਤਾ, ਜਿਹਨੂੰ ਕੋੜ ਵੀ ਸੀ, ਕੋੜੀ ਵੀ ਸੀ, ਪਿੰਗਲਾ ਵੀ ਸੀ, ਦੋਵੇਂ ਗੱਲਾਂ ਸਨ। ਉਹ ਚੱਲ ਨਹੀਂ ਸੀ ਸਕਦਾ, ਉਹਦੇ ਨਾਲ ਬੀਬੀ ਰਜਨੀ ਦਾ ਉਸਨੇ ਵਿਆਹ ਕਰ ਦਿੱਤਾ। ਤੇ ਫਿਰ ਉਹਦਾ ਕੀ ਇਤਿਹਾਸ ਹੈ ਕਿ ਉਸਨੇ ਇਹ ਨਹੀਂ ਸਮਝਿਆ ਕਿ ਮੇਰਾ ਪਤੀ ਪਿੰਗਲਾ ਹੈ, ਮੇਰਾ ਪਤੀ ਕੋੜੀ ਹੈ, ਇਹ ਚੱਲ ਨਹੀਂ ਸਕਦਾ, ਤੁਰ ਨਹੀਂ ਸਕਦਾ, ਮੈਨੂੰ ਕਮਾ ਕੇ ਨਹੀਂ ਖਵਾ ਸਕਦਾ। ਲਿਖਿਆ ਇਤਿਹਾਸ ਦੇ ਵਿੱਚ ਕਿ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਜਾਣਿਆ, ਰੱਬ ਦਾ ਸਰੂਪ ਜਾਣਿਆ, ਔਰ ਉਸਨੇ ਇੱਕ ਟੋਕਰੇ ਦੇ ਵਿੱਚ ਪਤੀ ਨੂੰ ਪਾ ਕੇ ਸਿਰ ਦੇ ਉੱਤੇ ਚੁੱਕ ਲਿਆ ਤੇ ਮੰਗਣ ਦੇ ਵਾਸਤੇ ਘਰ ਘਰ ਜਾਂਦੀ ਸੀ। ਟੋਕਰੇ ਨੂੰ ਬਾਹਰ ਰੱਖ ਜਾਂਦੀ ਸੀ, ਜਾ ਕੇ ਮੰਗਦੀ ਸੀ, ਭਿੱਖਿਆ ਮੰਗ ਕੇ ਉਹ ਆਪਣੇ ਪਤੀ ਨੂੰ ਵੀ ਖਵਾਉਂਦੀ ਸੀ, ਆਪ ਵੀ ਖਵਾਉਂਦੀ ਸੀ। ਆਮ ਸਮਾਜ ਦਾ ਕੀ ਕੰਮ ਹੈ, ਪਤੀ ਕਮਾਉਂਦਾ ਹੈ, ਘਰ ਵਾਲੀ ਨੂੰ ਲਿਆ ਕੇ ਖਵਾਉਂਦਾ, ਬੱਚਿਆਂ ਨੂੰ ਖਵਾਉਂਦਾ ਹੈ, ਪਰ ਉਸ ਬੀਬੀ ਨੇ ਪਤੀ ਨੂੰ ਪਰਮੇਸ਼ਰ ਜਾਣਿਆ, ਜਿਹੜਾ ਕਿ ਕੰਮ ਕਰਨ ਦੇ ਲਈ ਅਸਮਰਥ ਸੀ। ਉਹ ਨਹੀਂ ਸੀ ਕਮਾ ਸਕਦਾ, ਉਹ ਨਹੀਂ ਸੀ ਚੱਲ ਸਕਦਾ। ਪਰਮੇਸ਼ਰ ਦਾ ਰੂਪ ਸਮਝ ਕੇ ਮੰਗ ਮੰਗ ਕੇ ਨਾਲੇ ਆਪ ਖਾਦਾ ਤੇ ਨਾਲੇ ਉਹਨੂੰ ਖਵਾਇਆ। ਇੱਕ ਵਾਰ ਕੀ ਹੋਇਆ ਕਿ ਇੱਕ ਬੇਰੀ ਦੇ ਥੱਲੇ ਆਪਣੇ ਪਤੀ ਦੀ ਟੋਕਰੀ ਨੂੰ ਉਸਨੇ ਰੱਖਿਆ, ਜਿਹਦੇ ਕੰਢੇ ਦੇ ਉੱਤੇ ਛੋਟੀ ਜਿਹੀ ਛੱਪੜੀ ਸੀ। ਉਹ ਬੇਰੀ ਦੇ ਥੱਲੇ ਆਪਣੇ ਪਤੀ ਪਿੰਗਲੇ ਦੀ ਟੋਕਰੀ ਨੂੰ ਰੱਖਿਆ ਤੇ ਨਾਲ ਹੀ ਉਸ ਬੇਰੀ ਦੇ ਇਤਿਹਾਸ ਦੇ ਵਿੱਚ ਲਿਖਿਆ ਕਿ ਛੱਪੜੀ ਸੀ, ਥੋੜਾ ਜਿਹਾ ਪਾਣੀ ਉੱਥੇ ਖਲੋਤਾ ਸੀ ਤੇ ਲਾਗੇ ਤੁੰਗ ਪਿੰਡ ਸੀ, ਜਿਸ ਪਿੰਡ ਦੇ ਵਿੱਚ ਬੀਬੀ ਰਜਨੀ ਮੰਗਣ ਦੇ ਵਾਸਤੇ ਗਈ। ਕੀ ਹੋਇਆ ਕਿ ਜਦੋਂ ਤੁੰਗ ਪਿੰਡ ਦੇ ਵਿੱਚੋਂ ਮੰਗ ਕੇ ਖਾਣਾ ਵਾਪਸ ਆਈ ਤੇ ਕੀ ਦੇਖਦੀ ਹੈ ਕਿ ਉਹ ਟੋਕਰੀ ਦੇ ਉੱਤੇ ਇੱਕ ਸੁੰਦਰ ਨੌਜਵਾਨ ਆਦਮੀ ਬੈਠਾ ਹੈ। ਜਦੋਂ ਉਸਨੇ ਦੇਖਿਆ ਕਿ ਇਹ ਨੌਜਵਾਨ ਆਦਮੀ ਟੋਕਰੀ ਦੇ ਉੱਤੇ ਬੈਠਾ, ਮੇਰਾ ਪਿੰਗਲਾ ਕੋੜੀ ਪਤੀ ਕਿੱਥੇ ਹੈ, ਉਸ ਦੇ ਨਾਲ ਬੀਬੀ ਰਜਨੀ ਲੜਨ ਲੱਗੀ ਕਿ ਮੇਰਾ ਪਤੀ ਕਿੱਥੇ ਆ ਔਰ ਤੂੰ ਕੌਣ ਹੈ, ਤੂੰ ਇੱਥੇ ਕਿਵੇਂ ਬਹਿ ਗਿਆ। ਉਹ ਕਹਿੰਦਾ ਮੈਂ ਤੇਰਾ ਪਤੀ ਹਾਂ ਔਰ ਮੇਰੀ ਹਾਲਤ ਇਸੇ ਤਰ੍ਹਾਂ ਦੀ ਹੋ ਗਈ ਹੈ ਕਿ ਆ ਜਿਹੜੀ ਛੱਪੜੀ ਹੈ, ਮੈਂ ਕਹਿੰਦਾ ਦੇਖ ਰਿਹਾ ਸੀ ਤੂੰ ਉਧਰ ਪਿੰਡ ਦੇ ਵਿੱਚ ਮੰਗਣ ਲਈ ਗਈ ਹੋਈ ਸੀ, ਕਹਿੰਦਾ ਮੈਂ ਦੇਖ ਰਿਹਾ ਸੀ ਛੱਪੜੀ ਦੇ ਵੱਲ ਤੇ ਮੈਂ ਕੀ ਨਜ਼ਾਰਾ ਤੱਕਿਆ ਕਿ ਕਾਲੇ ਜਿਹੜੇ ਕਾਂ ਨੇ ਉਹ ਛੱਪੜੀ ਦੇ ਵਿੱਚ ਆਣ ਕੇ ਟੁੱਬੀ ਮਾਰਦੇ ਸਨ, ਜਦੋਂ ਬਾਹਰ ਨਿਕਲਦੇ ਸਨ ਔਰ ਚਿੱਟੇ ਹੰਸਾਂ ਵਰਗੇ ਬਣ ਕੇ ਉੱਡ ਜਾਂਦੇ ਸਨ। ਕਹਿੰਦਾ ਮੈਂ ਸਮਝਿਆ ਕਿ ਇਹ ਤੇ ਪਾਣੀ ਕੋਈ ਤਾਕਤ ਵਾਲਾ ਹੈ, ਇਹ ਤੇ ਕਰਾਮਾਤੀ ਹੈ। ਮੈਂ ਸੋਚਿਆ ਕਿ ਹੋ ਸਕਦਾ ਹੈ ਮੇਰਾ ਵੀ ਸਰੀਰ ਅਰੋਗ ਹੋ ਜਾਵੇ, ਮੇਰੀ ਵੀ ਦੇਹ ਸੁੰਦਰ ਹੋ ਜਾਵੇ। ਕਹਿੰਦਾ ਫਿਰ ਮੈਂ ਰਿੜ ਕੇ ਹੌਲੀ ਹੌਲੀ ਉਸ ਪਾਣੀ ਦੇ ਵਿੱਚ ਵੜ ਗਿਆ। ਇਸ ਤਰ੍ਹਾਂ ਮੇਰੀ ਜਿਹੜੀ ਦੇਹ ਹੈ ਨਾ ਸਾਰੀ ਦੀ ਸਾਰੀ ਸੁੰਦਰ ਹੋ ਗਈ, ਮੈਂ ਇਸੇ ਤਰ੍ਹਾਂ ਦਾ ਹੋ ਗਿਆ। ਮੈਂ ਕਹਿੰਦਾ ਹੈ ਕਿ ਇਸ ਕਰਕੇ ਬੈਠਾ ਮੈਂ ਹੀ ਤੇਰਾ ਪਤੀ ਹਾਂ, ਪਰ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ, ਕਹਿੰਦੀ ਮੈਂ ਨਹੀਂ ਮੰਨਦੀ। ਫੇਰ ਕੀ ਹੋਇਆ, ਲੜਾਈ ਹੋ ਗਈ। ਆਖਿਰਕਾਰ ਉਸ ਵੇਲੇ ਵਕਤ ਦੇ ਮਾਲਕ, ਸਮੇਂ ਦੇ ਮਾਲਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰਿਆਈ ਦੇ ਉੱਤੇ ਬਿਰਾਜਮਾਨ ਸਨ। ਉਹ ਫੈਸਲਾ ਕਰਨ ਦੇ ਵਾਸਤੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ। ਬੀਬੀ ਰਜਨੀ ਨੇ ਆਖਿਆ ਕਿ ਮੇਰੇ ਪਤੀ ਨੂੰ ਇਸ ਨੇ ਮਾਰ ਦਿੱਤਾ ਹੈ ਔਰ ਆਪ ਮੇਰੇ ਪਤੀ ਦੀ ਜਗ੍ਹਾ ਤੇ ਆਣ ਕੇ ਬਹਿ ਗਿਆ ਔਰ ਇਹ ਦਾਵਾ ਕਰਦਾ ਹੈ, ਸਾਬਤ ਕਰਦਾ ਹੈ ਕਿ ਮੈਂ ਤੇਰਾ ਪਤੀ ਹਾਂ, ਮੈਂ ਉਸ ਛੋਟੀ ਜਿਹੀ ਛੱਪੜੀ ਦੇ ਵਿੱਚ ਨਹਾ ਕੇ ਇਸ ਤਰ੍ਹਾਂ ਬਣ ਗਿਆ। ਪਰ ਕਹਿੰਦੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਜਿਹੜਾ ਜਨਮ ਤੋਂ ਲੈ ਕੇ ਕੋੜੀ ਹੋਵੇ, ਪਿੰਗਲਾ ਹੋਵੇ, ਇੱਕ ਛੱਪੜ ਦਾ ਪਾਣੀ ਉਹਦਾ ਕੀ ਸਵਾਰ ਸਕਦਾ। ਪਰ ਉਸ ਵੇਲੇ ਉਸਨੇ ਵੀ ਆਪਣਾ ਪੱਖ ਬੀਬੀ ਰਜਨੀ ਦੇ ਪਤੀ ਨੇ ਜ਼ਾਹਰ ਕੀਤਾ। ਕਹਿੰਦਾ ਨਹੀਂ ਸੱਚੇ ਪਾਤਸ਼ਾਹ, ਮੈਂ ਸੱਚ ਬਿਆਨ ਕਰਦਾ ਹਾਂ, ਮੈਂ ਵਾਕਿਆ ਦੇਖਿਆ ਕਿ ਉਸ ਛੱਪੜੀ ਦੇ ਵਿੱਚ ਜਿਹੜੇ ਕਾਂ ਵੜਦੇ ਸਨ ਉਹ ਹੰਸ ਬਣ ਜਾਂਦੇ ਸਨ। ਮੈਂ ਵੀ ਉਸ ਛੱਪੜੀ ਦੇ ਵਿੱਚ ਵੜਿਆ, ਮੇਰੀ ਵੀ ਦੇਹ ਸੁੰਦਰ ਹੋ ਗਈ। ਔਰ ਇਹ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ
एक अंगूठा उसने निशानी दे वजों रख लिया सी, ओनू पानी दे विच नहीं सी डुबिया ते अंगूठे दे उत्ते कोड़ बरकरार सी। कहन लगा सच्चे पातशाह देखो मेरे अंगूठे दी तरफ, इहदे उत्ते अजे भी कोड़ बरकरार है, इस अंगूठे दा कोड़ नहीं टलिया क्योंकि अंगूठा मैं उस पानी दे विच नहीं पाया। उस वेले इस गल दा फैसला करन दे वास्ते सच्चे पातशाह जी ने दोवां नूं नाल लिया। होर भी बहुत सारी संगत सतगुरां दे नाल पहुंची और जाके उस छपड़ी दे किनारे खड़े होए ते सतगुरु अर्जन देव सच्चे पातशाह जी कहन लगे, हे भाई हुण तू साडे वेखदे सामने सारियां दे अपना अंगूठा इस पानी दे विच पा, जे ते पानी दे विच पाया अंगूठा ठीक हो गया ते वाकई मन्नांगे कि तू सच्चा है ते ये बीबी तेरे ते शक कर रही। उस वेले सारियां दे सामने उसने अपने अंगूठे नूं पानी दे विच डुबोया, जदों बाहर कढ़िया ते सुंदर बिल्कुल कोड़ हट गया। इस जगह दे उत्तों ही अमृतसर जिन्हों आख्या जाता है, अजकल अमृतसर अमृत दा सरोवर जिन्हों आख्या जाता है, ये जगह इस तरीके दे नाल प्रगट हुई सी जिहड़ी कि पहला किसी होर गुरु साहब ने खोदनी शुरू की सी। मैं उस पासे नहीं जाना, इतिहास बहुत वड्डा है कि किस तरीके दे नाल पहला सतगुरां ने उसनूं पुट्टिया फिर वो छुप गया, लभदा नहीं सी। मेरा सिर्फ कहण तो भाव है कि इस तरीके दे नाल अमृतसर सरोवर प्रगट होया। ये सी बीबी रजनी दी साखी जिन्हें कि अपने पति कोड़ी नूं पिंगले नूं परमेश्वर समझिया। हुण सतगुरु नानक देव सच्चे पातशाह जी उस औरत नूं सिक्ख्या दे रहे ने, हे बीबी भावें पति होवे दुबला पिंगला कोड़ी तां भी परमेश्वर दा रूप जान के ओदी सेवा करनी चाहिदी है। अगे गुरु जी होर बचन करदे ने, पति के हथ वै त्यागे प्राणा रंच समान न तन पहचाना। कहंदे ने औरत इस तरह दी होनी चाहिदी है कि जे पति मर जाए ते नाल ही उसदे प्राण निकल जाण। इत्थे सती होण दा भाव नहीं है क्योंकि इतिहास दे विच इस दा जिक्र आउंदा है कि सतगुरु नानक देव सच्चे पातशाह जी ने सती प्रथा नूं बंद कीता। पति दी चिखा दे नाल जीउंदी औरत ने सड़ जाना, इस रीति नूं बंद कीता। कहंदे ने कि सती वो हुंदी है जदों पति मर जाए नाल ही होके दे नाल ही उहदे प्राण निकल जाण। जिस तरह के गुरु साहिबान ने लिखिया है, सतिया एह ना आखियन जो मड़ियां लग जलन। सतियां उन्हां नूं नहीं आख्या जांदा ਜਿਹੜੀਆਂ पति दी चिखा दे विच सड़ के मर जांदियां ने। सतगुरु साहिबान लिखदे ने, नानक सतियां जानियन जे बिरहे चोट मरन। ਜਿਹੜੀ ਬਿਰਹੇ ਦੀ ਵਿਛੋੜੇ ਦੀ ਚੋਟ ਦੇ ਨਾਲ ਮਰ ਜਾਂਦੀ ਔਰਤ ਹੈ ਉਹਨੂੰ ਸਤੀ ਆਖਿਆ ਜਾਂਦਾ। ਉਹ ਕਾਦੀ ਸਤੀ ਹੈ? ਜਿਹੜੀ ਚਿਖਾ ਦੇ ਵਿੱਚ ਸੜ ਕੇ ਮਰ ਜਾਂਦੀ ਹੈ। ਸਵਾਦ ਤੇ ਤਾਂ ਹੈ ਕਿ ਪਤੀ ਮਰ ਜਾਵੇ ਤੇ ਵਿਛੋੜੇ ਦਾ ਦੁੱਖ ਹੀ ਉਸ ਔਰਤ ਦੇ ਵਾਸਤੇ ਅਸਹਿ ਹੋ ਜਾਵੇ, ਨਾ ਸਹਾਰਨ ਵਾਲਾ ਹੋਵੇ ਤੇ ਬਿਰਹਾਂ ਦੀ ਵਿਛੋੜੇ ਦੀ ਚੋਟ ਦੇ ਨਾਲ ਮਰ ਜਾਵੇ। ਗੁਰੂ ਜੀ ਕਹਿੰਦੇ ਨੇ ਉਹ ਸਤੀ ਹੈ। ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਹੋਰ ਵੀ ਖੋਲਿਆ, ਹੋਰ ਵੀ ਇਹਦਾ ਖੁਲਾਸਾ ਕੀਤਾ। ਸਤਿਗੁਰੂ अमरदास सच्चे पातशाह जी लिखते ने, भी से सतियां जानियन सील संतोख रहन सेवन साई अपना नित उठ संभालन। कहण तो भाव है कि सतियां उन्हां नूं भी आख्या जांदा है जिहड़ियां सील दे विच रहिंदियां ने, जिहड़ियां संतोख दे विच रहिंदियां ने, अपनी पति दी सेवा करदियां ने और नित उठ के उसदी संभाल करदियां ने, उन्हां नूं भी सतियां आख्या जांदा है। हुण इत्थे सती दा भाव यह है, पी से सतियां जानियन मिल सील संतोख रहन सेवन साई अपना नित उठ संभालन। क्योंकि वह विचारण है। इस करके सतगुरु नानक देव सच्चे पातशाह जी उसनूं इस तरह की सिक्ख्या देंदे ने। कहंदे ने, रंच समान ना तन को पहचाना। अपने तन नूं रंच मात्र भी हो संभाले ना, पति की सेवा करे। जाए स्वर्ग सुख पाए बडेरे दंपत बिरसै बरख कनेरे। इस तरह की जिहड़ी औरत है जिहड़ी पति नूं परमेश्वर जाणदी है, समझदी है, गुरु जी कहंदे ने ਉਹ फिर मर के स्वर्गां दे विच पहुंचदी है ते दंपति जिहड़े दोवें इस्त्री पुरुष ने ना ਉਹ मानो कि सुखां नूं वड्डिआं सुखां नूं भोगदे ने। इस दा फल स्वर्ग दे सुख दस्सिआ है। पर जो इस्त्री पति व्रता धर्म धारण करदी होई जिउंदे के मोए राजी के रोगी पति दे प्यार ते सेवा विच रहिंदी होई सील संतोख रखदी होई नाम दे विच खचत रहिंदी है, ਉਹ ਸਦਗਤੀ ਨੂੰ ਪ੍ਰਾਪਤ ਹੁੰਦੀ ਹੈ, ਮੁਕਤੀ ਦਾ ਫਲ ਪਾਉਂਦੀ ਹੈ। ਇਸ ਤਰ੍ਹਾਂ ਉਸ ਔਰਤ ਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਜਿਹੜੀ ਅਗਲੀ ਕਥਾ ਰਹਿ ਗਈ ਹੈ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ
ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦਸ। हे अच्युत हे पार ब्रह्म अविनाशी अगनाश, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोबिंद हे गुण निदान जाके सदा विवेक, हे अपरंपर हर हरे है पी होवनहार, हे संतः कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, याही कुल ते प्रगट हो ताही कुल को नाम, पुन द्वादश गोविंद को मेरी है प्रणाम।